ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਸਬ ਇੰਸਪੈਕਟਰ ਦੇ ਨੋਟੀਫਿਕੇਸ਼ਨ ਨੂੰ ਰੀਸੈਂਟ ਰਿਲੀਜ਼ ਕੀਤਾ ਗਿਆ, ਤਾਂ ਉਸੇ ਰਿਗਾਰਡਿੰਗ ਸਟੂਡੈਂਟ ਦੀ ਹੈਲਪ ਕਰਨ ਲਈ ਅੱਜ ਆਪਣੇ ਨਾਲ ਜੁੜੇ ਨੇ ਸਬ ਇੰਸਪੈਕਟਰ ਸੁਮਿਤ ਗੋਇਲ ਸਰ। ਇਹਨਾਂ ਦਾ 2016 ਦੇ ਵਿੱਚ ਇੰਟੈਲੀਜੈਂਸ ਦਾ ਐਗਜ਼ਾਮ ਕਲੀਅਰ ਸੀਗਾ ਤੇ ਸਬ ਇੰਸਪੈਕਟਰ ਜਸ਼ਨ ਭੁੱਲਰ ਸਰ। ਅੱਜ ਆਪਾਂ ਇਹਨਾਂ ਨਾਲ ਫੇਸ ਟੂ ਫੇਸ ਡਿਸਕਸ਼ਨ ਕਰਾਂਗੇ ਤੇ ਜਾਣਾਂਗੇ ਇਹਨਾਂ ਦੀ ਸਟ੍ਰੈਟੇਜੀਜ਼ ਬਾਰੇ, ਕਿਵੇਂ ਇਹਨਾਂ ਨੇ ਤਿਆਰੀ ਕੀਤੀ ਸੀਗੀ, ਕਿਹੜੀ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਤੇ ਕਿਹੜੀ ਚੀਜ਼ਾਂ ਨੂੰ ਫੋਲੋ ਕਰਨਾ ਚਾਹੀਦਾ ਕੋਈ ਵੀ ਐਗਜ਼ਾਮ ਕਰੈਕ ਕਰਨ ਵਾਸਤੇ। ਸੋ ਸਟਾਰਟ ਕਰਦੇ ਹਾਂ ਆਪਣੀ ਡਿਸਕਸ਼ਨ ਨੂੰ। ਸਭ ਤੋਂ ਪਹਿਲਾਂ ਜਾਣਦੇ ਹਾਂ ਸੁਮਿਤ ਗੋਇਲ ਸਰ ਤੋਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਸਭ ਤੋਂ ਪਹਿਲਾ ਸਵਾਲ ਮੇਰਾ ਤੁਹਾਡੇ ਤੋਂ ਇਹ ਹੈਗਾ, ਕਾਫੀ ਸਟੂਡੈਂਟ ਨੂੰ ਡਾਊਟ ਵੀ ਹੁੰਦਾ ਗਾ ਕਿ ਇੰਟੈਲੀਜੈਂਸ ਵਾਸਤੇ ਕੀ ਕੁਆਲੀਫਿਕੇਸ਼ਨ ਚਾਹੀਦੀ ਹੈ, ਕਿਹੜੇ ਸਟੂਡੈਂਟ ਅਪਲਾਈ ਕਰ ਸਕਦੇ ਨੇ? ਇਹ ਦੇਖੋ ਜੀ, ਜਿਹੜੀ ਇੰਟੈਲੀਜੈਂਸ ਦੀ ਰਿਕਰੂਟਮੈਂਟ ਹੈ ਇਹ ਪਿਓਰਲੀ ਟੈਕਨੀਕਲ ਬੇਸਿਸ 'ਤੇ ਹੈ। ਇਸ ਦੇ ਵਿੱਚ ਜੇਕਰ ਕਿਸੇ ਨੇ ਸਿੰਪਲ ਗ੍ਰੈਜੂਏਸ਼ਨ ਕੀਤੀ ਹੈ, ਜਿਸ ਨੂੰ ਕਿ ਆਪਾਂ BA BCom ਜਾਂ ਵਿਦਆਊਟ ਟੈਕਨੀਕਲ ਜੋ ਵੀ ਸਬਜੈਕਟ ਨਾਲ ਕੀਤੀ ਹੈ, ਤਾਂ ਉਸ ਨੂੰ ਇੱਕ ਸੈਂਟਰਲ ਗੌਰਮੈਂਟ ਦੀ ਏਜੰਸੀ ਆ DOAC, ਉਹ ਇੱਕ O ਲੈਵਲ ਸਰਟੀਫਿਕੇਟ ਇਸ਼ੂ ਕਰਦੀ ਹੈ ਅਤੇ ਉਹ ਜ਼ਰੂਰੀ ਚਾਹੀਦਾ। ਅਤੇ ਬਾਕੀ ਜਿਹੜੀ ਇਸ ਦੀ ਟੈਕਨੀਕਲ ਕੁਆਲੀਫਿਕੇਸ਼ਨ ਆ, ਉਸ ਦੇ ਵਿੱਚ BTech BCA MCA PGDCA ਜੋ ਵੀ ਟੈਕਨੀਕਲ ਸਬਜੈਕਟ ਦੇ ਕੋਰਸ ਨੇ, ਉਹ ਕੋਰਸ ਇਸ ਦੇ ਵਿੱਚ ਆਪਣੇ ਚੱਲਦੇ ਨੇ। ਬਾਕੀ ਕਈ ਲੋਕ ਇਹ ਬਣਾ ਲੈਂਦੇ ਨੇ ਵੀ 120 ਘੰਟੇ ਦਾ ਇੱਕ ਨਾ ਉਹ ISO ਸਰਟੀਫਿਕੇਟ ਬਣਦਾ, ਜਿਹੜਾ ਕਿ ਆਪਣੇ ਲੋਕਲ ਕੰਪਿਊਟਰ ਸੈਂਟਰ ਹੁੰਦੇ ਨੇ ਉਹ ਬਣਾ ਕੇ ਦਿੰਦੇ ਨੇ। ਉਹਨਾਂ ਨੂੰ ਇਹ ਰਿਜੈਕਟ ਕਰ ਦਿੰਦੇ ਆ ਟੋਟਲੀ, ਉਹਨਾਂ ਨੂੰ ਇਹ ਨਹੀਂ ਉਹ ਕਰਦੇ, ਚਾਹੇ ਉਹ ਪੇਪਰ ਐਗਜ਼ਾਮ ਭਰ ਦੇਣ, ਫੋਰਮ ਫਿਲ ਕਰ ਦੇਣ, ਪਰ ਬਾਅਦ 'ਚ ਜਦੋਂ ਡਾਕੂਮੈਂਟਸ ਦੀ ਸਕਰੂਟਨੀ ਹੋਣੀ ਆ ਤਾਂ ਉਹਨਾਂ ਨੂੰ ਉਹ ਬਾਹਰ ਕੱਢ ਦੇਣਗੇ। ਤਾਂ ਕਰਕੇ ਮੇਰੀ ਉਹਨਾਂ ਨੂੰ ਰਿਕੁਐਸਟ ਹੈ ਵੀ ਉਹ ਸ਼ਾਇਦ ਵੀ ਇਸ ਚੀਜ਼ ਨੂੰ ਅਵੋਇਡ ਕਰਨ। ਠੀਕ ਹੈ ਸਰ। ਹਾਂਜੀ, ਇਹ ਬਾਕੀ ਇਹਦੀ ਕੁਆਲੀਫਿਕੇਸ਼ਨ ਇਹ ਹੈ ਪੇਪਰ ਦੀ। ਠੀਕ ਹੈ ਸਰ। ਹਾਂਜੀ ਸਰ, ਨੈਕਸਟ ਸਾਨੂੰ ਦੱਸੋ ਕਿ ਤੁਹਾਡਾ ਐਜੂਕੇਸ਼ਨ ਬੈਕਗਰਾਊਂਡ ਕੀ ਰਿਹਾ, ਕਿੰਨੇ ਮਾਰਕਸ ਤੁਹਾਡੇ ਆਉਂਦੇ ਸੀਗੇ ਅਤੇ ਕਦੋਂ ਤੁਸੀਂ ਤਿਆਰੀ ਸ਼ੁਰੂ ਕੀਤੀ ਸੀ? ਹਾਂਜੀ, ਦੇਖੋ ਜੀ, ਮੈਂ 10th ਤੋਂ ਬਾਅਦ ਡਿਪਲੋਮਾ ਕੀਤਾ IT 'ਚ। ਓਕੇ। ਠੀਕ ਹੈ, ਮੈਂ ਗੌਰਮੈਂਟ ਪੋਲੀਟੈਕਨਿਕ ਕਾਲਜ ਬਠਿੰਡਾ, ਉੱਥੋਂ 2007 ਤੋਂ 2010 ਦੇ ਵਿੱਚ ਡਿਪਲੋਮਾ ਕੀਤਾ। ਉਸ ਟਾਈਮ ਮੇਰੇ ਮਾਰਕਸ ਸੀ 74%। ਉਸ ਤੋਂ ਬਾਅਦ ਮੈਂ ਸਲਾਈਟ ਲੌਂਗੋਵਾਲ ਤੋਂ BTech ਕੀਤੀ ਕੰਪਿਊਟਰ ਸਾਇੰਸ 'ਚ, ਉੱਥੇ ਵੀ ਮੇਰੇ ਮਾਰਕਸ 75 ਸੀ। ਅਤੇ ਉਸ ਤੋਂ ਬਾਅਦ 2014 'ਚ ਮੈਂ ਆਪਣਾ ਗੇਟ ਦੀ ਤਿਆਰੀ ਕਰਨ ਲਈ ਗਿਆ ਸੀ ਦਿੱਲੀ, ਪਰ ਮੈਂ ਉੱਧਰ ਨਹੀਂ ਕੀਤੀ। ਫਿਰ ਮੈਂ ਉੱਥੇ ਵੀ ਗੌਰਮੈਂਟ ਸਰਵਿਸ ਲਈ ਸ਼ੁਰੂ ਕਰਤੀ ਕੋਚਿੰਗ ਲੈਣੀ। ਸਰ, ਕਿਹੜੇ ਈਅਰ 'ਚ ਤੁਸੀਂ ਸਟਾਰਟਿੰਗ ਕੀਤੀ ਸੀ? ਮੈਂ 2014 'ਚ ਕੀਤੀ ਸੀ। ਓਕੇ ਸਰ। ਹਾਂਜੀ। ਠੀਕ ਹੈ ਸਰ। ਸਰ, ਹੁਣ ਸਾਨੂੰ ਦੱਸੋ, ਐਂਡ ਕਾਫੀ ਸਟੂਡੈਂਟ ਪੁੱਛਦੇ ਨੇ, ਇਹੀ ਸਵਾਲ ਪੁੱਛਦੇ ਨੇ ਵੀ ਤਿਆਰੀ ਕਿਵੇਂ ਕੀਤੀ ਅਤੇ ਕਿੰਨੇ ਆਵਰਸ ਪੜ੍ਹਦੇ ਹੋ? ਦੇਖੋ ਜੀ, ਮੈਂ 2014 'ਚ ਮੈਂ ਤਿਆਰੀ ਸਟਾਰਟ ਕੀਤੀ ਸੀਗੀ, ਅਤੇ ਚਲੋ ਉਸ ਤੋਂ ਪਹਿਲਾਂ ਵੀ ਮੈਂ ਨਿਊਜ਼ ਵਗੈਰਾ ਪੜ੍ਹਦਾ ਰਹਿੰਦਾ ਸੀ, ਨਿਊਜ਼ਪੇਪਰ। ਚਲੋ ਮੇਰੀ ਜੋ ਆਪਾਂ GK ਕਹਿ ਦਿੰਦੇ ਹਾਂ ਜਿਹਨੂੰ, ਜਨਰਲ ਨੌਲੇਜ, ਉਹ ਅੱਛੀ ਸੀ। ਤਾਂ 2014 'ਚ ਮੈਂ ਪੈਰਾਮਾਊਂਟ ਦਿੱਲੀ ਇੰਸਟੀਚਿਊਟ ਇੱਕ, ਉੱਥੇ ਐਡਮਿਸ਼ਨ ਲਿਆ ਸੀਗਾ, ਅਤੇ ਉਸ ਤੋਂ ਬਾਅਦ ਮੈਂ ਉੱਥੇ ਤਿਆਰੀ ਸ਼ੁਰੂ ਕੀਤੀ। ਉਹਨਾਂ ਦਾ ਇੱਕ ਕੋਰਸ ਹੁੰਦਾ 6 ਮਹੀਨੇ ਦਾ, ਅਤੇ ਉਸ 'ਚ ਮੈਂ ਉੱਥੇ ਆਪਣੇ ਆਪ ਨੂੰ ਉਹ ਕੀਤਾ। ਉੱਥੇ ਮੈਥ ਰੀਜ਼ਨਿੰਗ ਮੈਂ ਕੀਤੀ, ਅਤੇ ਫਿਰ ਉਸ ਤੋਂ ਬਾਅਦ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ MA 'ਚ ਐਡਮਿਸ਼ਨ ਲੈ ਲਿਆ ਸੀਗਾ। ਉਹ ਵੀ ਸਿਰਫ ਮੈਂ ਚਲੋ ਤਿਆਰੀ ਕਰਕੇ ਲਿਆ ਸੀਗਾ, ਅਤੇ ਇੱਥੇ ਫਿਰ ਮੈਂ ਲਾਇਬ੍ਰੇਰੀ 'ਚ ਬੈਠ ਕੇ ਪੜ੍ਹਦਾ ਹੁੰਦਾ ਸੀਗਾ। ਤੋ ਪੜ੍ਹਾਈ ਦਾ ਤਾਂ ਚਲੋ ਜੀ, ਮੇਰੀ ਤਾਂ ਹੁਣ ਇਹ ਗੱਲ ਸੀ ਵੀ ਮੈਂ UPSC ਦੀ ਤਿਆਰੀ ਸ਼ੁਰੂ ਕੀਤੀ ਸੀ ਇੱਥੇ ਆ ਕੇ, ਚੰਡੀਗੜ੍ਹ ਆ ਕੇ। ਦਰੋਨਾਚਾਰਿਆ IAS ਹੈ ਉੱਥੇ UPSC ਦੀ। ਪਹਿਲਾਂ ਮੇਰਾ ਮੇਨ ਫੋਕਸ UPSC ਅਤੇ PPSC ਦਾ ਐਗਜ਼ਾਮ ਸੀ। ਹਾਂਜੀ, ਉਸ ਤੋਂ ਬਾਅਦ ਉਸ ਦੀ ਮੈਂ ਤਿਆਰੀ ਕੀਤੀ ਇੱਥੇ ਆ ਕੇ। ਯੂਨੀਵਰਸਿਟੀ 'ਚ ਰਹਿੰਦਾ ਸੀ ਹੋਸਟਲ 'ਚ, ਉੱਥੇ ਲਾਇਬ੍ਰੇਰੀ 'ਚ ਬਹਿ ਕੇ ਪੜ੍ਹਦੇ ਸੀ। ਤਾਂ ਮੇਰੀ ਸੀਟਿੰਗ ਵੱਧ ਤੋਂ ਵੱਧ ਦਿਨ 'ਚ 6 ਘੰਟੇ ਹੁੰਦੀ ਸੀ। ਮੈਂ ਇਸ ਤੋਂ ਜ਼ਿਆਦਾ ਕਦੇ ਪੜ੍ਹਿਆ ਨਹੀਂ। ਇੱਕ ਮੇਰੀ ਕੋਚਿੰਗ ਹੋ ਗਈ, ਕਲਾਸ ਹੋ ਗਈ ਜੋ ਲੱਗਦੀ ਸੀ, ਅਤੇ 6 ਘੰਟੇ ਲਾਇਬ੍ਰੇਰੀ ਦੇ। ਹਾਂਜੀ, ਤਾਂ ਕਰਕੇ ਵੀ ਕੁਝ ਜ਼ਿਆਦਾ ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ 12 ਘੰਟੇ ਪੜ੍ਹਿਆ, 14 ਘੰਟੇ ਪੜ੍ਹਿਆ, ਮੈਂ ਵੀ ਮੈਕਸੀਮਮ 6 ਘੰਟੇ ਹੁੰਦੀ ਸੀ। ਹਾਂਜੀ। ਸੋ ਸਰ, ਤੁਹਾਨੂੰ 2 ਸਾਲ ਲੱਗੇ ਐਗਜ਼ਾਮ ਕਰੈਕ ਕਰਨ ਦੇ ਵਿੱਚ। 2014 ਦੇ ਵਿੱਚ ਤੁਸੀਂ ਸਟਾਰਟਿੰਗ ਕੀਤੀ ਸੀਗੀ, ਐਂਡ 2016 ਦੇ ਵਿੱਚ ਐਗਜ਼ਾਮ ਕਰੈਕ ਹੋਇਆ ਸੀਗਾ। ਸਰ, ਇਸ ਵਿੱਚ ਕੋਈ ਹੋਰ ਐਗਜ਼ਾਮ ਵੀ ਤੁਹਾਡਾ ਕਰੈਕ ਹੋਇਆ? ਦੇਖੋ ਜੀ, ਮੈਂ ਐਗਜ਼ਾਮ ਤਾਂ ਚਲੋ ਜਦੋਂ ਮੈਂ ਤਿਆਰੀ ਸ਼ੁਰੂ ਕੀਤੀ ਸੀ ਉਦੋਂ ਹੀ ਫੋਰਮ ਭਰਨੇ ਸ਼ੁਰੂ ਕਰਤੇ ਸੀ। ਕਈ ਐਗਜ਼ਾਮ ਨਿਕਲਦੇ ਸੀ। ਪਹਿਲਾਂ ਇੱਕ ਕੋਆਪਰੇਟਿਵ ਬੈਂਕ 'ਚ ਪੋਸਟਾਂ ਨਿਕਲੀਆਂ ਸੀ 2013 ਦੇ ਵਿੱਚ, ਤਾਂ ਉਹਦਾ ਵੀ ਮੈਂ ਪੇਪਰ ਦਿੱਤਾ ਸੀ। ਉਹ ਮੇਰਾ ਪੇਪਰ 2-3 ਨੰਬਰ ਤੋਂ ਰਹਿ ਗਿਆ ਸੀਗਾ।
ਹਾਂਜੀ, ਉਸ ਤੋਂ ਬਾਅਦ ਫਿਰ ਮੈਂ ਇੱਧਰ UPSC ਵਾਲੀ ਸਾਈਡ ਹੋਇਆ ਤਾਂ ਇੱਧਰ ਪਹਿਲਾਂ ਮੈਂ 1.5 ਸਾਲ ਤਾਂ ਕੋਈ ਫਾਰਮ ਦੂਸਰੀ ਪੋਸਟ ਦਾ ਕੋਈ ਫਾਰਮ ਨਹੀਂ ਫਿਲ ਕੀਤਾ। ਮੰਨ ਲਓ ਵੀ ਜਿਹੜੀ UPSC ਜਾਂ PPSC ਤੋਂ ਇਲਾਵਾ। ਤਾਂ ਕਰਕੇ ਫਿਰ 2016 ਦੇ ਵਿੱਚ ਇਲੈਕਸ਼ਨ ਦਾ ਟਾਈਮ ਆਇਆ ਤਾਂ ਉਦੋਂ ਪੰਜਾਬ 'ਚ ਕਾਫੀ ਵੱਡੇ ਪੱਧਰ 'ਤੇ ਪੋਸਟਾਂ ਨਿਕਲੀਆਂ ਸੀਗੀਆਂ ਹਰੇਕ ਡਿਪਾਰਟਮੈਂਟ ਦੇ ਵਿੱਚ। ਅਤੇ ਉਸ ਟਾਈਮ ਫਿਰ ਮੈਂ ਫੋਰਮ ਫਿਲ ਕੀਤੇ ਸੀਗੇ, ਕਾਫੀ ਫੋਰਮ ਫਿਲ ਕੀਤੇ ਸੀ। ਉਸ ਤੋਂ ਪਹਿਲਾਂ ਮੇਰਾ ਉਸ ਟਾਈਮ ਹੀ 4-5 ਪੇਪਰ ਕਲੀਅਰ ਹੋਏ ਸੀ। ਪਹਿਲਾਂ 5 ਦਾ ਆਏ ਸੀ ਪੇਪਰ, ਉਹਨਾਂ 'ਚ ਮੇਰਾ ਇੰਸਪੈਕਟਰ ਦਾ ਪੇਪਰ ਕਲੀਅਰ ਹੋਇਆ ਸੀ। ਫਿਰ ਉਸ ਤੋਂ ਬਾਅਦ ਇੱਕ ਮਿਊਨਸੀਪਲ ਕਾਰਪੋਰੇਸ਼ਨ 'ਚ ਲੋਕਲ ਬੋਡੀਜ਼ ਡਿਪਾਰਟਮੈਂਟ ਦੇ ਵਿੱਚ ਪੋਸਟ ਆਈਆਂ ਸੀ ਕਾਫੀ, ਉੱਥੇ ਵੀ ਮੇਰਾ ਇੰਸਪੈਕਟਰ ਦਾ ਪੇਪਰ ਕਲੀਅਰ ਹੋ ਗਿਆ ਸੀ। ਉਹ ਪੇਪਰ ਚਲੋ ਕਿਸੇ ਵਜ੍ਹਾ ਕਰਕੇ ਬਾਅਦ 'ਚ ਕੈਂਸਲ ਹੋ ਗਏ ਸੀ। ਹਾਂਜੀ, ਫਿਰ ਉਸ ਤੋਂ ਬਾਅਦ ਅਸਿਸਟੈਂਟ ਸੁਪਰਡੈਂਟ ਜੇਲ੍ਹ ਦੀਆਂ ਪੋਸਟ ਆਈਆਂ ਸੀ। ਇਹ ਸਾਰੀ ਉਸ ਟਾਈਮ ਪੀਰੀਅਡ ਦੀ ਗੱਲ ਆ, ਉਦੋਂ ਕਾਫੀ ਲਾਰਜ ਸਕੇਲ 'ਤੇ ਪੋਸਟ ਆਈਆਂ ਸੀ। ਫਿਰ ਅਸਿਸਟੈਂਟ ਸੁਪਰਡੈਂਟ ਜੇਲ੍ਹ ਦਾ ਪੇਪਰ ਮੇਰਾ ਕਲੀਅਰ ਹੋ ਗਿਆ ਸੀਗਾ, ਉਸ 'ਚ ਮੈਂ ਜੁਆਇਨ ਵੀ ਕਰ ਲਿਆ ਸੀਗਾ। ਅਤੇ ਉਸ ਤੋਂ ਬਾਅਦ ਉਸਦੇ ਪੈਰਲਲੀ ਪੰਜਾਬ ਪੁਲਿਸ 'ਚ ਵੀ ਪੋਸਟਾਂ ਨਿਕਲੀਆਂ ਹੋਈਆਂ ਸੀ ਸਬ ਇੰਸਪੈਕਟਰ ਦੀਆਂ, ਅਤੇ ਚਲੋ ਉਹ ਵੀ ਮੈਂ ਫੋਰਮ ਭਰੇ ਹੋਏ ਸੀ, ਉਹਦਾ ਪੇਪਰ ਦਿੱਤਾ ਹੋਇਆ ਸੀ। ਅਤੇ ਜਦੋਂ ਮੈਂ ਉੱਧਰ ਜੁਆਇਨ ਕੀਤਾ ਅਤੇ ਉਸ ਟਾਈਮ ਹੀ ਇਸ ਦਾ ਰਿਜ਼ਲਟ ਆ ਗਿਆ ਸਾਡਾ SI ਦਾ। ਓਕੇ ਸਰ। ਹਾਂਜੀ, ਅਤੇ ਫਿਰ ਮੇਰਾ ਉੱਧਰ ਵੀ ਰੈਂਕ ਆ ਗਿਆ ਸੀਗਾ, SI ਦੇ ਵਿੱਚ ਪੇਪਰ 'ਚ ਰੈਂਕ ਆ ਗਿਆ। ਤਾਂ ਕਰਕੇ ਫਿਰ ਮੈਂ ਉੱਧਰੋਂ ਰਿਜ਼ਾਈਨ ਕਰਤਾ ਸੀਗਾ ਅਸਿਸਟੈਂਟ ਸੁਪਰਡੈਂਟ ਜੇਲ੍ਹ ਤੋਂ। ਫਿਰ ਉਸ ਤੋਂ ਬਾਅਦ ਮੈਂ ਇੱਧਰ SI ਜੁਆਇਨ ਕਰ ਲਿਆ। ਇਸ ਤੋਂ ਬਾਅਦ ਫਿਰ ਇੱਕ ਪੰਜਾਬ ਦੇ ਵਿੱਚ ਐਕਸਾਈਜ਼ ਇੰਸਪੈਕਟਰ ਦੀਆਂ ਪੋਸਟਾਂ ਆਈਆਂ ਸੀਗੀਆਂ। ਮੇਰਾ ਚਲੋ ਉਹ ਵੀ ਪਹਿਲਾਂ ਫੋਰਮ ਭਰਿਆ ਹੋਇਆ ਸੀਗਾ, ਮੈਂ ਚਲੋ ਆਫਿਸ 'ਚ ਬੈਠਾ ਉਹ ਪੇਪਰ ਵੀ ਦੇ ਆਇਆ, ਉਹ ਵੀ ਮੇਰਾ ਕਲੀਅਰ ਹੋ ਗਿਆ ਸੀਗਾ ਪੇਪਰ। ਹਾਂਜੀ, ਤਾਂ ਕਰਕੇ ਬਸ ਫਿਰ ਉਸ ਟਾਈਮ ਹੀ ਪੇਪਰ ਕਲੀਅਰ ਹੋਏ ਸੀ, ਜੋ ਵੀ 4-5 ਪੇਪਰ ਕਲੀਅਰ ਹੋਏ ਸੀਗੇ ਉਸ ਟਾਈਮ। ਸਰ ਤੁਹਾਡੇ ਕਾਫੀ ਐਗਜ਼ਾਮ ਕਲੀਅਰ ਹੋਏ ਨੇ ਅਤੇ SI ਦਾ ਵੀ ਕਲੀਅਰ ਹੋਇਆ ਸੀਗਾ। ਸਰ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਹਰ ਇੱਕ ਐਗਜ਼ਾਮ ਦੀ ਵੱਖਰੀ ਤਿਆਰੀ ਕੀਤੀ ਸੀ ਜਾਂ ਇੱਕੋ ਹੀ ਤਿਆਰੀ ਕੀਤੀ ਸੀ? ਅਤੇ ਫਿਰ ਸਾਨੂੰ ਇਹ ਦੱਸੋ ਸਰ ਕਿ ਸਬ ਇੰਸਪੈਕਟਰ ਹੀ ਕਿਉਂ? ਦੇਖੋ ਜੀ, ਤਿਆਰੀ ਤਾਂ ਦੇਖੋ ਕਈ ਪੇਪਰ ਹੁੰਦੇ ਨੇ ਉਹਨਾਂ 'ਚ ਕਾਮਨ ਸਿਲੇਬਸ ਹੁੰਦਾ, ਕਈ ਪੇਪਰ ਹੁੰਦੇ ਨੇ ਉਹਨਾਂ 'ਚ ਕਾਮਨ ਸਿਲੇਬਸ ਹੁੰਦਾ। ਕਈ ਪੇਪਰਾਂ 'ਚ ਇਹ ਕੋਈ ਸਪੈਸੀਫਿਕ, ਮੰਨ ਲਓ ਸਾਡਾ ਲੋਕਲ ਬੋਡੀਜ਼ ਦਾ ਪੇਪਰ ਸੀ, ਉਹਦੇ ਵਿੱਚ ਇਹਨਾਂ ਨੇ ਸਪੈਸੀਫਿਕ ਸਬਜੈਕਟ ਮੈਂਸ਼ਨ ਕੀਤੇ ਸੀ ਵੀ ਇਸ 'ਚੋਂ ਪੇਪਰ ਆਏਗਾ। ਉਹਨਾਂ ਦੇ ਜੋ ਲਾਅ ਵਗੈਰਾ ਸੀਗੇ, ਇਹਨਾਂ ਦੇ ਮਿਊਨਸੀਪਲ ਲਾਅ ਜਾਂ ਜੋ ਵੀ ਲਾਅ ਵਗੈਰਾ ਸੀ, ਉਹ ਉਹਨਾਂ ਨੇ ਦਿੱਤਾ ਹੋਇਆ ਸੀ ਸਿਲੇਬਸ ਦੇ ਵਿੱਚ। ਪਰ ਇਹ ਗੱਲ ਹੈ ਜੀ ਵੀ ਵੈਸੇ ਜੇ ਆਪਾਂ ਗੱਲ ਕਰੀਏ ਤਾਂ 60 ਤੋਂ 65% ਜਿਹੜਾ ਪੇਪਰ ਹੁੰਦਾ ਉਹ ਸਾਰੇ ਹੀ, ਕੋਈ ਵੀ ਟੈਸਟ ਆ ਉਹ ਛੋਟੇ ਤੋਂ ਲੈ ਕੇ ਵੱਡਾ ਉਹ ਸੇਮ ਹੀ ਹੁੰਦਾ। ਤੁਸੀਂ ਐਪਟੀਟਿਊਡ ਲਾ ਲਓ, ਇੰਗਲਿਸ਼ ਲਾ ਲਓ, ਪੰਜਾਬੀ, ਕੰਪਿਊਟਰ, GK। ਚਲੋ ਜੋ ਮੰਨ ਲਓ ਕਈ ਪੇਪਰਾਂ 'ਚ ਮੰਨ ਲਓ ਜਿਹੜਾ ਡਿਪਾਰਟਮੈਂਟ ਆ ਉਹਦੀ ਡਿਮਾਂਡ ਹੁੰਦੀ ਆ ਵੀ ਕੋਈ ਐਕਸਟਰਾ, ਵੀ ਕੋਈ ਸਪੈਸੀਫਿਕ ਆਪਣੇ ਡਿਪਾਰਟਮੈਂਟ ਦੇ ਰਿਲੇਟਡ, ਤਾਂ ਉਹ ਚਲੋ ਵੱਧ ਤੋਂ ਵੱਧ 30-40 ਨੰਬਰ ਦਾ ਹੁੰਦਾ ਪੋਰਸ਼ਨ। ਜਿਵੇਂ ਹੁਣ ਪਟਵਾਰੀ ਦੇ ਵਿੱਚ ਪਹਿਲਾਂ ਇਹਨਾਂ ਨੇ ਮੰਗਿਆ ਸੀਗਾ ਐਗਰੀਕਲਚਰ ਵਗੈਰਾ। ਤਾਂ ਕਰਕੇ ਵੀ ਇੱਕ ਤਾਂ ਬੇਸਿਕ ਤਿਆਰੀ ਤਾਂ ਹੋਣੀ ਚਾਹੀਦੀ ਹੈ, ਜੋ ਕਿ ਆਪਣੇ ਬੇਸਿਕ ਸਬਜੈਕਟ ਨੇ, ਐਪਟੀਟਿਊਡ ਹੋ ਗਿਆ, ਇੰਗਲਿਸ਼, ਪੰਜਾਬੀ, GK, ਕੰਪਿਊਟਰ ਸਾਇੰਸ। ਇਹ ਤਾਂ ਤੁਹਾਡੇ ਹਰੇਕ ਪੇਪਰ ਦੇ ਵਿੱਚ ਕੰਮ ਆਉਣੇ ਨੇ। ਫਿਰ ਜੇ ਮੰਨ ਲਓ ਕੋਈ ਡਿਪਾਰਟਮੈਂਟ ਆਪਣਾ ਸਪੈਸੀਫਿਕ ਮੰਗ ਲੈਂਦਾ ਹੈਗਾ ਵੀ ਸਾਨੂੰ ਵੀ ਸਾਡਾ ਸਿਲੇਬਸ ਇਹ ਆ, ਤਾਂ ਆਪਾਂ ਨੂੰ ਫਿਰ ਉਹਦੀ ਤਿਆਰੀ ਵੱਖਰੀ ਕਰਨੀ ਪੈਂਦੀ ਹੈ, ਉਸ ਲਈ ਵੱਖਰਾ ਟਾਈਮ ਦੇਣਾ ਪੈਂਦਾ। ਸਰ SI ਹੀ ਕਿਉਂ? SI ਤਾਂ ਕੋਈ ਇਸ ਲਈ ਖਾਸ ਵਜ੍ਹਾ ਤਾਂ ਹੈ ਨਹੀਂ ਕੋਈ ਇਸ ਦੇ ਪਿੱਛੇ। ਚਲੋ ਅਸੀਂ ਪੇਪਰ ਦੇ ਰਹੇ ਸੀਗੇ, ਚਲੋ ਮੇਰੇ ਤਾਂ ਇਹ ਵੀ ਨਹੀਂ ਸੀ ਕੋਈ ਪਹਿਲਾਂ ਵੀ ਮੈਂ ਪੁਲਿਸ 'ਚ ਹੀ ਜਾਣਾ। ਕਈ ਹੁੰਦਾ ਬੰਦਿਆਂ ਦੇ ਵੀ ਅਸੀਂ ਪੁਲਿਸ 'ਚ ਜੋਬ ਕਰਨੀ ਹੈ, ਸਾਨੂੰ ਤਾਂ ਉਸ ਟਾਈਮ ਇਹ ਸੀ ਵੀ ਕੋਈ ਵੀ ਮਿਲ ਜੇ। ਚਲੋ ਮੇਰੀ ਤਾਂ ਇੱਕ ਇਹ ਸੀਗੀ ਵੀ ਮੈਂ ਕਦੇ ਵੀ ਕੋਈ 3200 ਗ੍ਰੇਡ ਪੇ ਤੋਂ ਥੱਲੇ ਕੋਈ ਪੇਪਰ ਨਹੀਂ ਭਰਿਆ ਸੀ। ਮੈਂ ਜਿੰਨੇ ਵੀ ਪੇਪਰ ਭਰੇ ਸੀ ਉਹ ਸਾਰੇ 4400, 4200, 4600 ਗ੍ਰੇਡ ਪੇ ਦੇ ਸੀ ਪੇਪਰ, ਉਹ ਭਰੇ ਸੀ। ਤਾਂ ਕਰਕੇ ਉਦੋਂ ਸਾਨੂੰ ਇਹ ਸੀ ਵੀ ਚਲੋ ਕਿਤੇ ਵੀ ਜੋਬ ਮਿਲ ਜੇ ਤਾਂ ਵਧੀਆ ਗੱਲ ਹੈ। ਤਾਂ ਕੋਈ ਪਰਟੀਕੂਲਰ ਉਹ ਨਹੀਂ ਸੀ ਵੀ ਮੈਂ ਪੁਲਿਸ 'ਚ ਹੀ ਜਾਣਾ। ਅਤੇ ਕਿਉਂਕਿ ਮੈਂ ਪਹਿਲਾਂ ਜੇਲ੍ਹ ਵੀ ਅਸਿਸਟੈਂਟ ਸੁਪਰਡੈਂਟ ਜੇਲ੍ਹ ਵੀ ਜੁਆਇਨ ਕਰ ਲਿਆ ਸੀ। ਉਸ ਤੋਂ ਪਹਿਲਾਂ ਜੇ ਕੋਆਪਰੇਟਿਵ ਵਾਲਾ ਸਾਡਾ ਕੈਂਸਲ ਨਾ ਹੁੰਦਾ ਤਾਂ ਸ਼ਾਇਦ ਅੱਜ ਉੱਥੇ ਹੁੰਦੇ। ਤਾਂ ਕਰਕੇ ਇਹਦੇ ਪਿੱਛੇ ਕੋਈ ਵਜ੍ਹਾ ਨਹੀਂ, ਉਦੋਂ ਤਾਂ ਇਹ ਸੀ ਵੀ ਜੋਬ ਮਿਲ ਜੇ ਜੀ। ਹਾਂਜੀ ਸਰ ਲਾਸਟ ਕੁਐਸਚਨ ਮੇਰਾ ਤੁਹਾਡੇ ਤੋਂ ਇਹ ਹੈਗਾ ਕਿ ਇੰਟੈਲੀਜੈਂਸ ਦੇ ਵਿੱਚ ਜੋਬ ਕਲਚਰ ਕਿਹੋ ਜਿਹਾ ਹੁੰਦਾ? ਸਟੂਡੈਂਟਸ ਨੂੰ ਇਹ ਵੀ ਡਾਊਟ ਹੁੰਦਾ ਗਾ ਕਿ ਇੱਕ ਵਾਰ ਅਸੀਂ ਜੁਆਇਨ ਕਰ ਲਈਏ ਤਾਂ ਬਾਅਦ ਦੇ ਵਿੱਚ ਪੜ੍ਹਨ ਦਾ ਟਾਈਮ ਮਿਲੂਗਾ ਜਾਂ ਨਹੀਂ ਮਿਲੂਗਾ, ਕੋਈ ਡੇ ਆਫ ਮਿਲਦਾ ਜਾਂ ਨਹੀਂ ਮਿਲਦਾ। ਸਰ ਇਸ ਸਭ ਬਾਰੇ ਤੁਸੀਂ ਦੱਸੋ। ਦੇਖੋ ਜੀ, ਇੰਟੈਲੀਜੈਂਸ ਵਿੰਗ ਦੇ ਵਿੱਚ
ਇਹ ਸਿਵਲ ਦੀ ਜੋਬ ਹੈ, ਇਹ ਯੂਨੀਫਾਰਮ ਜੋਬ ਨਹੀਂ ਹੈ। ਇਹ ਹੈ ਤਾਂ ਚਲੋ ਇੱਕ ਪੰਜਾਬ ਪੁਲਿਸ ਦਾ ਹੀ ਵਿੰਗ ਹੈ, ਇਹ ਪੰਜਾਬ ਪੁਲਿਸ ਦਾ ਹੀ ਹਿੱਸਾ, ਪਰ ਇਹ ਸਿਵਲ ਦੀ ਜੋਬ ਹੈ, ਵੀ ਸਿਵਲ ਟਾਈਪ ਜੋਬ ਹੈ। ਆਪਾਂ ਸਿਵਲ ਕੱਪੜਿਆਂ ਦੇ ਵਿੱਚ ਰਹਿਣਾ ਹੁੰਦਾ। ਜੇ ਕਦੋਂ ਸਪੈਸ਼ਲ ਡਿਊਟੀ ਲੱਗ ਗਈ ਯੂਨੀਫਾਰਮ ਉਦੋਂ ਪਾਉਣੀ ਹੈ। ਅਤੇ ਇਸ ਦੇ ਵਿੱਚ ਵੀ ਇੱਕ ਤਾਂ ਛੁੱਟੀ ਮਿਲ ਜਾਂਦੀ ਹੈ, ਸ਼ਨੀ ਐਤਵਾਰ ਦੀ ਟਾਈਮ ਵੀ ਮਿਲ ਜਾਂਦਾ ਹੈ, ਕਿਉਂਕਿ ਤੁਸੀਂ ਸਿਵਲ ਕੱਪੜਿਆਂ 'ਚ ਰਹਿਣਾ ਗਾ, ਕਿਸੇ ਨੂੰ ਪਤਾ ਨਹੀਂ, ਤੁਸੀਂ ਆਪ ਦਾ ਨਾਲ ਪੜ੍ਹ ਸਕਦੇ ਹੋ। ਹਾਂਜੀ, ਬਾਕੀ ਵਰਕਲੋਡ ਇਹ ਫੀਲਡ 'ਚ ਜ਼ਿਆਦਾ ਹੈਗਾ ਥੋੜ੍ਹਾ ਜਿਹਾ ਹਾਂਜੀ, ਐਜ਼ ਕੰਪੇਅਰ ਟੂ ਜੋ ਕਿ ਇਹਨਾਂ ਦੀਆਂ ਆਫਿਸ ਜੋਬ ਨੇ ਇੰਟੈਲੀਜੈਂਸ ਦੇ ਅੰਦਰ ਜੋ ਆਫਿਸ ਦੀਆਂ ਜੋਬਸ ਨੇ ਉਹਨਾਂ ਦੇ ਕੰਪੈਰੀਜ਼ਨ ਟੂ ਫੀਲਡ ਦੇ ਵਿੱਚ ਵਰਕਲੋਡ ਜ਼ਿਆਦਾ ਹੈ। ਹਾਂਜੀ, ਫੀਲਡ 'ਚ ਥੋੜ੍ਹਾ ਜਿਹਾ ਵਰਕਲੋਡ ਜ਼ਿਆਦਾ। ਬਾਕੀ ਚਲੋ ਜੇ ਹੈੱਡਕੁਆਟਰ ਲੱਗਦਾ ਇੰਟੈਲੀਜੈਂਸ ਹੈੱਡਕੁਆਟਰ, ਉੱਥੇ ਟਾਈਮ ਮਿਲ ਜਾਂਦਾ ਪੜ੍ਹਨ ਲਈ। ਸ਼ਨੀ ਐਤਵਾਰ ਸੈਟਰਡੇ ਸੰਡੇ ਆਫ ਹੁੰਦਾ। ਬਾਕੀ ਕੋਈ ਗੈਜਟਡ ਹੋਲੀਡੇ ਹੈ ਉਸ ਦਿਨ ਵੀ ਆਫ ਹੁੰਦਾ। ਅਤੇ ਬਾਕੀ ਚਲੋ ਉੱਥੇ ਇੱਕ ਆਪਾਂ ਨੂੰ ਚਲੋ ਇੱਕ ਬਿਲਡਿੰਗ ਦੇ ਅੰਦਰ ਬੈਠੇ ਹਾਂ, ਸਾਰਾ ਕੁਛ ਪ੍ਰੋਵਾਈਡ ਹੈ, ਤਾਂ ਉੱਥੇ ਆਪਾਂ ਪੜ੍ਹ ਸਕਦੇ ਹਾਂ। ਕਿਉਂਕਿ ਦੇਖੋ ਜੀ, ਸਾਡੇ ਬੈਚ ਦੇ 4 ਮੇਰੇ ਬੈਚਮੇਟ ਬਾਅਦ 'ਚ PCS ਕਲੀਅਰ ਕਰ ਗਏ ਸੀਗੇ। ਹਾਂਜੀ, ਉਹਨਾਂ 'ਚੋਂ ਇੱਕ SDM ਲੱਗਿਆ ਮੁੰਡਾ, 2 DSP ਪੰਜਾਬ ਪੁਲਿਸ 'ਚ ਲੱਗਿਆ, ਇੱਕ DSP ਜੇਲ੍ਹ ਲੱਗਿਆ। ਹਾਂਜੀ, ਤਾਂ ਕਰਕੇ ਵੀ ਜੋ ਬੰਦਾ ਕਰ ਸਕਦਾ, ਜੋ ਕੈਪੇਬਲ ਹੈਗਾ, ਤਾਂ ਉਹਨੂੰ ਜ਼ਰੂਰ ਟਰਾਈ ਕਰਨਾ ਚਾਹੀਦਾ। ਅਤੇ ਕਿਉਂਕਿ ਤੁਹਾਡੇ ਸਾਹਮਣੇ ਐਗਜ਼ਾਮਪਲਸ ਨੇ 4 ਮੇਰੇ ਬੈਚਮੇਟ ਬਾਅਦ 'ਚ PCS ਜਿਨ੍ਹਾਂ ਨੇ ਡਿਊਰਿੰਗ ਜੋਬ ਕਲੀਅਰ ਕੀਤਾ। ਹਾਂਜੀ, ਥੈਂਕ ਯੂ ਸਰ। ਸਰ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਅਤੇ ਕਾਫੀ ਇੰਸਪਾਇਰਿੰਗ ਵੀ ਹੈ ਸਰ ਦੀ ਸਟੋਰੀ। ਕਾਫੀ ਐਗਜ਼ਾਮ ਇਹਨਾਂ ਨੇ ਕਲੀਅਰ ਕੀਤੇ ਨੇ ਵਿਦਇਨ ਸ਼ੋਰਟ ਸਪੈਨ ਆਫ ਟਾਈਮ। ਇੱਕ ਚੀਜ਼ ਹੋਰ ਕਲੀਅਰ ਕਰ ਦਿਓ ਸਰ, ਜੋ ਬਿਗਨਰਸ ਨੇ ਜਿਨ੍ਹਾਂ ਨੇ ਹਜੇ ਤਿਆਰੀ ਸਟਾਰਟ ਕਰਨੀ ਹੈ ਸਬ ਇੰਸਪੈਕਟਰ ਵਾਸਤੇ, ਕਿਉਂਕਿ ਸਬ ਇੰਸਪੈਕਟਰ ਦੀ ਨੋਟੀਫਿਕੇਸ਼ਨ ਆ ਚੁੱਕੀ ਹੈ ਅਤੇ ਮੈਕਸਿਮਮ ਤੁਸੀਂ ਮੰਨ ਕੇ ਚਲੋ ਕਿ 3 ਮੰਥ ਦਾ ਟਾਈਮ ਹੈਗਾ, ਤਾਂ ਉਹ ਕੀ ਕਰ ਸਕਦੇ ਨੇ ਹੁਣ? ਅਤੇ ਜੋ ਸਟੂਡੈਂਟ ਐਡਵਰਟੀਜ਼ਮੈਂਟ ਦੀ ਵੇਟ ਕਰ ਰਹੇ ਨੇ ਕੌਂਸਟੇਬਲ ਅਤੇ ਹੈੱਡ ਕੌਂਸਟੇਬਲ ਦੀ ਜੋ ਆਉਣੀਆਂ ਨੇ, ਅਤੇ ਉਹਨਾਂ ਨੇ ਹਜੇ ਤਿਆਰੀ ਸਟਾਰਟ ਨਹੀਂ ਕੀਤੀ, ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਜੋ ਬਿਗਨਰ ਨੇ ਮੇਰੀ ਉਹਨਾਂ ਨੂੰ ਇਹ ਅਪੀਲ ਹੈ ਵੀ ਤੁਸੀਂ ਤਿਆਰੀ ਸਟਾਰਟ ਕਰ ਦਿਓ, ਕਿਉਂਕਿ ਐਡਵਰਟਾਈਜ਼ਮੈਂਟ ਦਾ ਪਤਾ ਨਹੀਂ ਲੱਗਦਾ ਕਿਹੜੇ ਟਾਈਮ ਆ ਜੇ। ਕਿਉਂਕਿ ਤੁਸੀਂ ਇੱਕ ਗੱਲ ਦੇਖੋ ਨਾ, ਤੁਸੀਂ ਜਦੋਂ ਕਿਸੇ ਵੀ ਲਾਇਬ੍ਰੇਰੀ 'ਚ ਜਾਂਦੇ ਹੋ, ਯੂਨੀਵਰਸਿਟੀ ਦੀ ਜਾਂ ਜੋ ਵੀ ਕੋਈ ਪਬਲਿਕ ਲਾਇਬ੍ਰੇਰੀ ਹੈ, ਤਾਂ ਉੱਥੇ ਬਹੁਤ ਸਟੂਡੈਂਟ ਇਹੋ ਜਿਹੇ ਨੇ ਜਿਹੜੇ ਕਿ 4-4 5-5 ਸਾਲ ਤੋਂ ਤਿਆਰੀ ਕਰ ਰਹੇ ਨੇ। ਤਾਂ ਕਰਕੇ ਉਹ ਤੁਹਾਡੇ ਨਾਲੋਂ ਪਹਿਲਾਂ ਹੀ ਅੱਗੇ ਨੇ, ਕਿਉਂਕਿ ਉਹਨਾਂ ਨੇ ਸਾਰਾ ਸਿਲੇਬਸ ਪੜ੍ਹਿਆ, ਉਹਨਾਂ ਕੋਲ ਐਕਸਪੀਰੀਅੰਸ, ਉਹਨਾਂ ਨੇ ਪੇਪਰ ਦਿੱਤੇ ਹੋਏ ਨੇ। ਤਾਂ ਕਰਕੇ ਮੇਰੀ ਤਾਂ ਇਹ ਅਪੀਲ ਆ ਵੀ ਉਹਨਾਂ ਨੂੰ ਡਿਲੇ ਨਹੀਂ ਕਰਨਾ ਚਾਹੀਦਾ। ਅਤੇ ਕੋਈ ਵੀ, ਕਿਉਂਕਿ ਇਹ ਐਗਜ਼ਾਮ ਇਹ ਨਹੀਂ ਵੀ ਇਹ ਪੰਜਾਬ ਪੁਲਿਸ ਦਾ, ਹੋਰ ਵੀ ਬਹੁਤ ਐਗਜ਼ਾਮ ਆ ਰਹੇ ਨੇ, ਜਿਵੇਂ ਕਿ ਪੰਜਾਬ ਗੌਰਮੈਂਟ ਨੇ ਕੀਤਾ ਗਾ ਵੀ ਅਸੀਂ ਨੌਕਰੀਆਂ ਦੇਵਾਂਗੇ, ਤਾਂ ਇਹ ਨੌਕਰੀਆਂ ਹੁਣ ਆ ਵੀ ਰਹੀਆਂ ਨੇ। ਤਾਂ ਕਰਕੇ ਉਹਨਾਂ ਨੂੰ ਇਹ ਚਾਹੀਦਾ ਵੀ ਹੁਣੇ ਸਾਰਾ ਕੁਝ ਛੱਡ ਕੇ ਤਿਆਰੀ ਸ਼ੁਰੂ ਕਰ ਦੇਣ। ਐਡਵਰਟਾਈਜ਼ਮੈਂਟ ਤਾਂ ਚਲੋ ਆਉਂਦੀਆਂ ਰਹਿੰਦੀਆਂ ਨੇ, ਹੋਰ ਵੀ ਕਈ ਪੇਪਰ ਆਉਂਦੇ ਨੇ, ਆਪਾਂ ਨੂੰ ਕਈ ਵਾਰ ਕਿਸੇ 'ਚ ਨਹੀਂ ਕਲੀਅਰ ਹੁੰਦਾ, ਤਾਂ ਆਪਾਂ ਨੂੰ ਅੱਗੇ ਫੋਕਸ ਕਰਨਾ ਚਾਹੀਦਾ। ਤਾਂ ਕਰਕੇ ਉਹਨਾਂ ਨੂੰ ਤਿਆਰੀ ਹੁਣੇ ਸ਼ੁਰੂ ਕਰ ਦੇਣੀ ਚਾਹੀਦੀ ਹੈ। ਅਤੇ ਬਾਕੀ ਲਗਾਤਾਰ ਹੁਣ ਵਧੀਆ ਕੋਈ ਇੰਸਟੀਚਿਊਟ ਜਾਂ ਕੋਈ ਵੀ ਜਿੱਥੋਂ ਵੀ ਉਹਨਾਂ ਨੂੰ ਔਨਲਾਈਨ ਆਫਲਾਈਨ ਜਿੱਥੋਂ ਵੀ ਮਿਲਦਾ ਸਟੱਡੀ ਮਟੀਰੀਅਲ ਮਿਲਦਾ, ਜਾਂ ਜੋ ਵੀ ਕਿਤੋਂ ਵੀ ਗਾਈਡੈਂਸ ਮਿਲਦੀ ਹੈ, ਉਹਨਾਂ ਨੂੰ ਲੈ ਲੈਣੀ ਚਾਹੀਦੀ ਹੈ। ਤਾਂ ਕਰਕੇ ਕਿਉਂਕਿ ਅੱਜ ਕੱਲ੍ਹ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਚੁੱਕਾ ਹੈਗਾ, ਅਤੇ ਅੱਧੇ ਇੱਕ ਨੰਬਰ 'ਤੇ ਸਟੂਡੈਂਟ ਰਹਿ ਜਾਂਦੇ ਆ, ਬਾਅਦ 'ਚ ਕਹਿੰਦੇ ਵੀ ਮੇਰਾ ਕਲੀਅਰ ਨਹੀਂ ਹੋਇਆ। ਤਾਂ ਕਰਕੇ ਮੇਰੀ ਇਹ ਅਪੀਲ ਆ ਵੀ ਬਿਨਾਂ ਟਾਈਮ ਵੇਸਟ ਕੀਤੇ ਉਹਨਾਂ ਨੂੰ ਤਿਆਰੀ 'ਚ ਲੱਗ ਜਾਣਾ ਚਾਹੀਦਾ। ਓਕੇ ਸਰ, ਥੈਂਕ ਯੂ ਸਰ। ਹੁਣ ਆਪਾਂ ਜਾਣ ਲੈਂਦੇ ਜਸ਼ਨ ਭੁੱਲਰ ਸਰ ਤੋਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਤੁਹਾਡੇ ਤੋਂ ਵੀ ਮੇਰੇ ਸੇਮ ਹੀ ਕੁਐਸਚਨ ਨੇ। ਤੁਹਾਡਾ ਆਪਣੀ ਐਜੂਕੇਸ਼ਨ ਬੈਕਗਰਾਊਂਡ ਬਾਰੇ ਦੱਸੋ, ਅਤੇ ਕਦੋਂ ਤਿਆਰੀ ਸਟਾਰਟ ਕੀਤੀ ਸੀ ਅਤੇ ਕਿਵੇਂ ਪੜ੍ਹਦੇ ਹੁੰਦੇ ਸੀਗੇ? ਮੈਮ, ਐਜੂਕੇਸ਼ਨ ਮੇਰੀ ਜਿਹੜੀ ਆ ਉਹ, ਮੈਂ ਗੰਗਾ ਨਗਰ ਦਾ ਰਹਿਣ ਵਾਲਾ ਹਾਂ, ਰਾਜਸਥਾਨ ਦੇ ਵਿੱਚ ਹੈ ਗੰਗਾ ਨਗਰ। ਅਤੇ ਐਜੂਕੇਸ਼ਨ ਮੇਰੀ ਸਕੂਲਿੰਗ ਸਾਰੀ ਉੱਥੇ ਹੋਈ ਹੈ। ਅਤੇ ਮੈਂ ਬੜਾ ਐਵਰੇਜ ਸਟੂਡੈਂਟ ਸੀਗਾ, ਮਤਲਬ ਮੇਰਾ ਜ਼ਿਆਦਾ ਧਿਆਨ ਖੇਡਾਂ ਵੱਲ ਹੀ ਹੁੰਦਾ ਸੀ, ਪੜ੍ਹਾਈ ਵੱਲ ਮੇਰਾ ਧਿਆਨ ਬਹੁਤ ਘੱਟ ਸੀਗਾ। 10th ਵਿੱਚ ਮੇਰੇ 74% ਮਾਰਕਸ ਆ, ਅਤੇ +2 ਵਿੱਚ ਵੀ ਇੰਨੇ ਹੀ ਆ। ਅਤੇ ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕੀਤੀ ਹੈ ਇੰਜੀਨੀਅਰਿੰਗ GNE ਕਾਲਜ ਲੁਧਿਆਣੇ ਤੋਂ। ਉੱਥੇ ਵੀ ਮੈਂ ਐਵਰੇਜ ਸਟੂਡੈਂਟ ਸੀਗਾ, ਇੱਕ ਐਥਲੈਟਿਕਸ ਵਿੱਚ ਸੀਗਾ, ਮੈਂ ਖੇਡਾਂ ਵੱਲ ਧਿਆਨ ਹੁੰਦਾ ਸੀਗਾ। ਅਤੇ ਉੱਥੇ ਵੀ ਮੇਰੇ 75% ਮਾਰਕਸ ਹੀ ਸੀਗੇ। ਉਸ ਤੋਂ ਬਾਅਦ 2013 ਵਿੱਚ ਡਿਗਰੀ ਜਿਹੜੀ ਮੈਂ ਪਾਸ ਆਊਟ ਕੀਤੀ। 2013 ਤੋਂ ਬਾਅਦ ਫਿਰ ਮੈਂ ਤਿਆਰੀ ਸ਼ੁਰੂ ਕੀਤੀ। ਮੇਰੇ ਕਜ਼ਨ ਸੀਗੇ, ਮਾਮਾ ਜੀ ਦੇ ਬੇਟੇ, ਉਹਨਾਂ ਦੀ ਗਾਈਡੈਂਸ ਨਾਲ, ਉਹ ਖੁਦ PCS ਦੀ ਤਿਆਰੀ ਕਰ ਰਹੇ ਸੀ ਉਸ ਟਾਈਮ। ਤਾਂ ਮੈਂ ਉਦੋਂ ਚੰਡੀਗੜ੍ਹ ਆ ਗਿਆ 2013 ਦੇ ਐਂਡ 'ਤੇ 14 ਦੀ ਬਿਗਨਿੰਗ ਦੇ ਵਿੱਚ। ਅਤੇ ਮੈਂ ਫਿਰ ਉਦੋਂ ਤਿਆਰੀ ਸ਼ੁਰੂ ਕੀਤੀ ਸੀਗੀ ਗਵਰਨਮੈਂਟ ਐਗਜ਼ਾਮਸ ਦੀ।
ਸਰ ਤੁਹਾਡੀ ਸਟ੍ਰੈਟੇਜੀ ਕੀ ਸੀਗੀ, ਤੁਸੀਂ ਕਿੰਨੇ ਘੰਟੇ ਪੜ੍ਹਦੇ ਸੀਗੇ? ਇਹ ਚੀਜ਼ ਤੁਸੀਂ ਹੁਣ ਪੁੱਛੀ, ਜਿਵੇਂ ਸੁਮਿਤ ਸਰ ਨੇ ਦੱਸਿਆ ਸੀਗਾ ਪਹਿਲਾਂ ਵੀ ਉਹ 6 ਘੰਟੇ ਹੀ ਪੜ੍ਹਦੇ ਸੀ, ਆਪਦੀ ਵਾਲੀ ਸਟ੍ਰੈਟਜੀ ਹੁੰਦੀ ਹੈ ਹਰ ਕਿਸੇ ਦੀ। ਮੇਰਾ ਤਾਂ ਇਹ ਫੋਕਸ ਹੁੰਦਾ ਸੀਗਾ ਵੀ ਜਿੰਨਾ ਵੱਧ ਤੋਂ ਵੱਧ ਮੈਂ ਪੜ੍ਹ ਸਕਾਂ ਉਨਾ ਜ਼ਿਆਦਾ ਵਧੀਆ, ਕਿਉਂਕਿ ਮੇਰੀ ਸਿਟਿੰਗ ਵਧੀਆ ਸੀਗੀ, ਸਿਟਿੰਗ 'ਚ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਹੁੰਦੀ। ਮੈਂ ਹੀ ਸੋਚਦਾ ਸੀਗਾ ਵੀ ਜੇ ਮੇਰਾ ਕੰਪੀਟੀਟਰ ਮੇਰੇ ਤੋਂ ਜ਼ਿਆਦਾ ਸਿਟਿੰਗ ਦੇ ਰਿਹਾ, ਸਿਟਿੰਗ ਦੇਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਕਿਤਾਬ ਅੱਗੇ ਬੈਠੇ ਹੋ ਅਤੇ ਤੁਹਾਡੇ ਦਿਮਾਗ 'ਚ ਨਹੀਂ ਜਾ ਰਹੀ ਚੀਜ਼, ਉਹ ਉੱਦਾਂ ਬੈਠਣ ਦਾ ਤਾਂ ਕੋਈ ਫਾਇਦਾ ਨਹੀਂ। ਸਿਟਿੰਗ ਦਾ ਮਤਲਬ ਉਹ ਹੈ ਜਿੰਨਾ ਟਾਈਮ ਤੁਸੀਂ ਬੈਠੇ ਹੋ ਅਤੇ ਵਧੀਆ ਤੁਸੀਂ ਪੜ੍ਹੇ ਹੋ, ਗ੍ਰੈਸਪ ਕੀਤੀ ਹੈ ਚੀਜ਼। ਤਾਂ ਮੈਂ ਆਰਾਮ ਨਾਲ 10-11 ਘੰਟੇ ਪੜ੍ਹਦਾ ਸੀਗਾ ਡੇਲੀ, ਇੰਸਟੀਟਿਊਟ ਜਾਣ ਤੋਂ ਬਾਅਦ ਵੀ 10-11 ਘੰਟੇ ਮੇਰੀ ਮੈਨੂੰ ਸੀਗਾ, ਕਿਉਂਕਿ ਮੈਂ ਆਪਦੇ ਆਪ ਨੂੰ ਐਵਰੇਜ ਸਟੂਡੈਂਟ ਮੰਨਦਾ ਸੀਗਾ, ਕਿਉਂਕਿ ਮੈਨੂੰ ਹੁਣ ਵੀ ਲੱਗਦਾ ਮੈਂ ਕੋਈ ਬੜਾ ਇੰਟੈਲੀਜੈਂਟ ਨਹੀਂ ਹੈਗਾ, ਐਵਰੇਜ ਸਟੂਡੈਂਟ ਹੀ ਹਾਂ। ਤਾਂ ਮੈਨੂੰ ਇਹ ਸੀਗਾ ਵੀ ਜੇ ਤੁਸੀਂ ਇੰਟੈਲੀਜੈਂਟ ਬੰਦੇ ਜਿਹੜੇ ਤਿਆਰੀ ਕਰ ਰਹੇ ਉਹਨਾਂ ਨੂੰ ਬੀਟ ਕਰਨਾ ਤਾਂ ਤੁਹਾਨੂੰ ਮਿਹਨਤ ਉਹਨਾਂ ਤੋਂ ਜ਼ਿਆਦਾ ਕਰਨੀ ਪੈਣੀ ਹੈ। ਤਾਂ ਮੈਂ 10-10 11-11 ਘੰਟੇ ਲਾਉਂਦਾ ਹੁੰਦਾ ਸੀਗਾ ਜੀ। ਸਰ ਤੁਹਾਡੇ ਕਿਹੜੇ ਐਗਜ਼ਾਮ ਕਲੀਅਰ ਹੋਏ ਸੀਗੇ? 2014 'ਚ ਜਿਵੇਂ ਮੈਂ ਤਿਆਰੀ ਸ਼ੁਰੂ ਕੀਤੀ ਤਾਂ ਮੈਂ UPSC ਦੀ ਤਿਆਰੀ ਸ਼ੁਰੂ ਕੀਤੀ ਸੀਗੀ। ਅਤੇ ਸਭ ਤੋਂ ਪਹਿਲਾਂ ਮੇਰਾ ਐਗਜ਼ਾਮ, ਕਿਉਂਕਿ ਜਿਵੇਂ ਸੁਮਿਤ ਸਰ ਨੇ ਦੱਸਿਆ ਉਹਨਾਂ ਦਾ ਫੋਕਸ ਵੀ ਸਟਾਰਟਿੰਗ 'ਚ PPSC ਜਾਂ UPSC ਵੱਲ ਹੀ ਸੀਗਾ, ਹੋਰ ਕੋਈ ਐਗਜ਼ਾਮ ਨਹੀਂ ਸੀ ਭਰਦੇ। ਮੈਂ ਵੀ ਬਹੁਤ ਜ਼ਿਆਦਾ ਡੈਡੀਕੇਟਿਡ ਸੀ UPSC ਲਈ। ਮੈਂ ਤਾਂ PCS ਦਾ ਐਗਜ਼ਾਮ ਵੀ ਨਹੀਂ ਸੀ ਭਰਦਾ ਵੀ UPSC ਹੀ ਦੇਣਾ। ਅਤੇ UPSC ਦੇ ਜਦੋਂ ਮੈਂ ਪਹਿਲਾ ਅਟੈਂਪਟ 2015 'ਚ ਦਿੱਤਾ, 14 ਤਿਆਰੀ ਸ਼ੁਰੂ ਕੀਤੀ ਸੀ, ਅਤੇ ਮੈਂ ਪ੍ਰੀ ਕਲੀਅਰ ਕਰ ਲਿਆ ਸੀ 15 ਵਿੱਚ ਹੀ ਫਸਟ ਅਟੈਂਪਟ ਵਿੱਚ, ਅਤੇ ਉਦੋਂ ਮੇਨਸ ਦਿੱਤੇ ਸੀਗੇ ਪਰ ਮੇਨਸ ਨਹੀਂ ਸੀ ਹੋਏ ਮੇਰੇ ਕਲੀਅਰ। ਅਤੇ ਇੱਕ ਚੀਜ਼ ਥੋੜ੍ਹੀ ਪ੍ਰੋਬਲਮ ਇਹ ਸੀਗੀ UPSC ਦੀ ਤਿਆਰੀ ਵਿੱਚ, ਮੈਂ ਮਤਲਬ ਗਾਈਡੈਂਸ ਥੋੜ੍ਹੀ ਜਿਹੀ ਸੈੱਟ ਨਹੀਂ ਰਹੀ ਮੇਰੀ, ਕਿ ਮੈਂ ਪ੍ਰੀ ਵੱਲ ਜ਼ਿਆਦਾ ਜ਼ੋਰ ਦਿੰਦਾ ਰਿਹਾ, ਮੇਨਸ ਵੱਲ ਜ਼ਿਆਦਾ ਜ਼ੋਰ ਨਹੀਂ ਦਿੱਤਾ, ਕਿਉਂਕਿ ਮੈਂ ਅਕਸਰ ਇਹ ਚੀਜ਼ਾਂ ਸੁਣਦਾ ਸੀਗਾ ਵੀ ਲੋਕਾਂ ਦੇ ਪ੍ਰੀ ਨਹੀਂ ਕਲੀਅਰ ਹੁੰਦੇ 3-3 4-4 ਸਾਲ। ਤਾਂ ਮੈਨੂੰ ਇਹ ਸੀਗਾ ਵੀ ਪਹਿਲਾਂ ਇੱਕ ਵਾਰੀ ਪ੍ਰੀ ਤਾਂ ਕੱਢ ਕੇ ਦੇਖ ਲਓ, ਮੇਨਸ ਬਾਅਦ 'ਚ ਦੇਖਾਂਗੇ। ਥੋੜ੍ਹੀ ਜਿਹੀ ਇਹ ਮਿਸਮੈਨੇਜਮੈਂਟ ਹੋ ਗਈ ਮੇਰੀ, ਅਤੇ ਇਹ ਮੇਰਾ ਪਹਿਲਾ ਪੇਪਰ ਸੀ ਜਿਹੜਾ ਮੇਰਾ ਐਗਜ਼ਾਮ ਪਹਿਲਾਂ ਕਲੀਅਰ ਹੋਇਆ। ਉਸ ਤੋਂ ਬਾਅਦ ਮੈਂ 2015 ਤੋਂ ਬਾਅਦ ਜਦੋਂ UPSC ਮੇਰਾ ਨਹੀਂ ਕਲੀਅਰ ਹੋਇਆ, ਅਤੇ ਮੈਂ PPSC ਦਾ ਫੋਰਮ ਵੀ ਭਰਿਆ ਹੋਇਆ ਸੀਗਾ, ਪਰ ਉਦੋਂ ਇੱਕ ਪੇਪਰ, ਜਿਵੇਂ ਸਰ ਨੇ ਪਹਿਲਾਂ ਦੱਸਿਆ, ਇੱਕ ਪੇਪਰ ਆਇਆ ਸੀਗਾ ਵਿੱਚ ਪੋਸਟਾਂ ਸੀਗੀਆਂ ਮਿਊਨਸੀਪਲ ਕਾਰਪੋਰੇਸ਼ਨ ਦੇ ਵਿੱਚ, ਅਤੇ ਉਹ ਪੇਪਰ ਲੀਕ ਆਊਟ ਹੋ ਗਿਆ ਸੀਗਾ ਬਾਅਦ 'ਚ। ਉਹਦੀ ਮਿਹਨਤ ਅਸੀਂ ਬਹੁਤ ਕੀਤੀ ਸੀ, ਸੁਮਿਤ ਅਤੇ ਸਰ ਅਤੇ ਮੈਂ ਇਕੱਠੇ ਹੀ ਪੜ੍ਹਦੇ ਹੁੰਦੇ ਸੀਗੇ, ਅਤੇ ਉਹਦੇ ਵਿੱਚ ਐਕਟ ਵੀ ਆਏ ਸੀਗੇ ਮਿਊਨਸੀਪਲ ਕਾਰਪੋਰੇਸ਼ਨ ਦੇ ਲਾਅ ਬਾਰੇ ਵੀ ਆਏ ਸੀਗੇ, ਅਸੀਂ ਇਕੱਠੇ ਤਿਆਰੀ ਕਰਦੇ ਸੀ, ਬਹੁਤ ਮਿਹਨਤ ਕੀਤੀ ਸੀ। ਇਹਨਾਂ ਦਾ ਐਗਜ਼ਾਮ ਕਲੀਅਰ ਹੋ ਗਿਆ ਸੀ, ਮੇਰਾ ਵੀ ਕੱਟ ਆਫ ਦੇ ਨੇੜੇ ਤੇੜੇ ਨੰਬਰ ਸੀ, ਐਗਜ਼ੈਕਟ ਨੰਬਰ ਯਾਦ ਨਹੀਂ ਗਏ, ਪਰ ਉਹ ਪੇਪਰ ਲੀਕ ਆਊਟ ਹੋ ਗਿਆ ਅਤੇ ਉਹਦਾ ਬੜਾ ਧੱਕਾ ਲੱਗਿਆ ਮੈਨੂੰ। ਉਸ ਤੋਂ ਬਾਅਦ ਮੈਂ ਤਿਆਰੀ ਛੱਡਤੀ ਸੀ ਇੱਕ ਵਾਰ ਬਿਲਕੁਲ ਹੀ, 3 ਮਹੀਨੇ ਮੈਂ ਜਮਾਂ ਨਹੀਂ ਪੜ੍ਹਿਆ, ਜਮਾਂ ਛੱਡਤਾ। ਅਤੇ ਤਿਆਰੀ ਵਿੱਚ ਤਾਂ ਤੁਹਾਡੇ ਜੇ 2 ਦਿਨ ਵੀ ਤੁਸੀਂ ਛੱਡਤੇ ਤਾਂ ਤੁਸੀਂ ਮੈਨੂੰ ਲੱਗਦਾ ਬਹੁਤ ਪਿੱਛੇ ਚੱਲ ਜਾਂਦੇ, 2-3 ਦਿਨ ਵੀ ਜੇ ਤੁਹਾਡੇ ਛੁੱਟ ਗਏ। ਤਾਂ ਤਿਆਰੀ ਵਿੱਚ ਤੁਹਾਨੂੰ ਕੰਸਿਸਟੈਂਟ ਰਹਿਣਾ ਬਹੁਤ ਜ਼ਰੂਰੀ ਹੈ, ਵਿੱਚ ਟਾਈਮ ਪੈਣਾ ਨਹੀਂ ਚਾਹੀਦਾ ਤੁਹਾਡੀ ਤਿਆਰੀ ਦੇ। ਫਿਰ ਉਸ ਤੋਂ ਬਾਅਦ ਮੈਂ ਫਿਰ ਤਿਆਰੀ ਸ਼ੁਰੂ ਕੀਤੀ, ਮੈਨੂੰ ਵਿੱਚ ਹੋ ਗਿਆ ਸੀ ਮੈਂ ਬਾਹਰ ਜਾਣਾ, ਘਰ ਦੇ ਮੰਨੇ ਨਹੀਂ ਵੀ ਬਾਹਰ ਤੈਨੂੰ ਨਹੀਂ ਭੇਜਣਾ। ਫਿਰ ਮੈਂ ਦੁਬਾਰਾ ਤਿਆਰੀ ਸ਼ੁਰੂ ਕੀਤੀ, ਅਤੇ ਉਸ ਤੋਂ ਬਾਅਦ 2016 ਵਿੱਚ ਪੇਪਰ ਆਇਆ ਸਬ ਇੰਸਪੈਕਟਰ ਦਾ, ਅਤੇ ਸਬ ਇੰਸਪੈਕਟਰ ਦਾ ਐਗਜ਼ਾਮ ਮੈਂ ਫੋਰਮ ਫਿਲ ਕੀਤਾ। ਮੇਰਾ ਸਬ ਇੰਸਪੈਕਟਰ ਡਿਸਟ੍ਰਿਕਟ ਕੈਡਰ ਉਦੋਂ ਇੰਟੈਲੀਜੈਂਸ ਦਾ ਅਤੇ ਕੋਆਪਰੇਟਿਵ ਇੰਸਪੈਕਟਰ ਦਾ ਐਗਜ਼ਾਮ ਆਇਆ ਸੀ, ਕਿ 3 ਐਗਜ਼ਾਮ ਇਕੱਠੇ ਕਲੀਅਰ ਹੋਏ ਸੀ। ਸਰ ਲਾਸਟ ਕੁਐਸਚਨ ਮੇਰਾ ਤੁਹਾਡੇ ਦੋਵਾਂ ਤੋਂ ਇਹ ਹੈਗਾ ਕਿ ਜੋ ਸਟੂਡੈਂਟ ਪਰਟੀਕੂਲਰਲੀ ਪੰਜਾਬ ਜੋਬਸ ਦੀ ਤਿਆਰੀ ਕਰਦੇ ਨੇ, ਉਹ ਕੀ ਸਟ੍ਰੈਟੇਜੀ ਫੋਲੋ ਕਰਨ? ਦੇਖੋ ਜੀ, ਜੋ ਪੰਜਾਬ ਦੇ ਪੇਪਰ ਨੇ ਉਹ ਮੰਨ ਲਓ ਦੂਸਰੀਆਂ ਕਈ ਮੰਨ ਲਓ ਸੈਂਟਰਲ ਦੇ ਜਿਹੜੇ ਡਿਪਾਰਟਮੈਂਟ ਨੇ, ਜਿਵੇਂ SSC ਹੋ ਗਿਆ ਜਾਂ ਕੋਈ ਹੋਰ ਕਈ ਤਰ੍ਹਾਂ ਦੇ ਪੇਪਰ ਹੁੰਦੇ ਨੇ, ਉਹਨਾਂ ਨਾਲੋਂ ਟੋਟਲੀ ਡਿਫਰੈਂਟ ਹੈ। ਇਹਨਾਂ ਦਾ ਸਿਲੇਬਸ ਵੀ ਡਿਫਰੈਂਟ ਹੈ ਅਤੇ ਸਟ੍ਰੈਟਜੀ ਵੀ ਡਿਫਰੈਂਟ ਹੈ। ਤਾਂ ਜੋ ਪੰਜਾਬ ਓਰੀਐਂਟਡ ਆ, ਜੋ ਪੰਜਾਬ ਦੇ ਪੇਪਰ ਨੇ, ਉਹਨਾਂ ਲਈ ਸਭ ਤੋਂ ਪਹਿਲਾਂ ਕੋਈ ਵੀ ਸਟੂਡੈਂਟ ਆ ਜੋ ਤਿਆਰੀ ਕਰ ਰਿਹਾ, ਉਹਨੂੰ ਸਿਲੇਬਸ ਦੇਖਣਾ ਚਾਹੀਦਾ। ਉਸ 'ਚ ਉਹਨੂੰ ਇਹ ਦੇਖਣਾ ਚਾਹੀਦਾ ਵੀ ਕਿਹੜਾ ਪੋਰਸ਼ਨ ਹੈ, ਮੰਨ ਲਓ ਜਿਹੜਾ ਵੀ ਪੋਰਸ਼ਨ ਹੈਗਾ ਪੇਪਰ ਦਾ, ਉਸ ਦੀ ਜ਼ਿਆਦਾ ਵੇਟੇਜ ਹੈ। ਮੰਨ ਲਓ 10 ਨੰਬਰ ਦਾ ਐਪਟੀਟਿਊਡ ਹੈ, 10 ਦੀ ਇੰਗਲਿਸ਼, 10 ਦੀ ਪੰਜਾਬੀ, 10 ਦਾ ਕੰਪਿਊਟਰ, 40 ਨੰਬਰ ਇਹ ਹੋ ਗਏ, 60 ਨੰਬਰ ਦੀ ਹੋ ਗਈ GK। ਤਾਂ ਕਰਕੇ ਉਹਨੂੰ ਉਸ ਚੀਜ਼ 'ਤੇ ਜ਼ਿਆਦਾ ਫੋਕਸ ਦੇਣਾ ਚਾਹੀਦਾ, ਕਿਉਂਕਿ ਜਿਹੜਾ ਗੈਪ ਹੈ ਉਹ ਦੂਸਰੇ ਸਟੂਡੈਂਟਸ ਨਾਲੋਂ ਉਸ ਪੋਰਸ਼ਨ ਨੇ ਪਾਉਣਾ। ਤਾਂ ਕਰਕੇ ਬਾਕੀ ਜੋ ਹੈਗੇ ਨੇ, ਮੰਨ ਲਓ ਇੱਕ ਪੰਜਾਬੀ 'ਚ ਜੋ ਪੰਜਾਬ ਦੇ ਪੇਪਰ ਨੇ ਨਾ, ਉਹਨਾਂ 'ਚ ਕਈ ਨੰਬਰ ਤਾਂ ਬਿਲਕੁਲ ਆਸਾਨ ਨੇ। ਮੰਨ ਲਓ 10 ਨੰਬਰ ਦੀ ਪੰਜਾਬੀ ਆ, ਉਹ ਹਰੇਕ ਪੇਪਰ 'ਚ ਆਉਣੀ ਹੋਣੀ ਹੈ, ਉਸ 'ਚ ਕੁਛ ਨਹੀਂ ਹੈਗਾ ਗਾ। ਉਹ 1-2 ਬੁੱਕਸ ਨੇ, ਉਹ ਪੜ੍ਹਨੀਆਂ ਚਾਹੀਦੀਆਂ ਨੇ, ਠੀਕ ਹੈ, ਸਟੂਡੈਂਟਸ ਨੂੰ। ਅਤੇ ਬਾਕੀ ਪ੍ਰੀਵੀਅਸ ਈਅਰ ਪੇਪਰ ਨੇ ਉਹ ਕਰਨੇ ਚਾਹੀਦੇ ਆ। ਉਹ 10 'ਚੋਂ 10 ਨੰਬਰ ਬੜਾ ਈਜ਼ੀਲੀ ਬੰਦਾ ਲੈ ਕੇ ਜਾ ਸਕਦਾ। ਫਿਰ ਇੰਗਲਿਸ਼ ਹੈ, ਚਲੋ ਇੰਗਲਿਸ਼ 'ਚ ਤਾਂ ਜਿੰਨੇ ਵੀ, ਚਲੋ ਸਾਡਾ ਵੀ ਹੱਥ ਟਾਈਟ ਹੀ ਸੀ ਜਦੋਂ ਅਸੀਂ ਆਪਣੀ ਤਿਆਰੀ ਕਰਦੇ ਸੀ। ਸਾਨੂੰ ਇੰਗਲਿਸ਼ 'ਚੋਂ 10 'ਚੋਂ ਕਦੇ 5 ਨੰਬਰ ਆਏ, ਕਦੇ 2 ਨੰਬਰ ਆਏ ਸ਼ੁਰੂ 'ਚ, ਪਰ ਹੌਲੀ ਹੌਲੀ ਅਸੀਂ ਪ੍ਰੈਕਟਿਸ ਕੀਤੀ, ਪੁਰਾਣੇ ਪੇਪਰ ਸੋਲਵ ਕੀਤੇ, ਤਾਂ ਅਸੀਂ ਉਹ 10 ਨੂੰ 8 'ਤੇ ਲੈ ਗਏ। ਜਿਹੜੇ ਸਾਡੇ 2 ਨੰਬਰ ਆਉਂਦੇ ਸੀ, 3 ਨੰਬਰ ਆਉਂਦੇ ਸੀ, ਉਹਨਾਂ ਨੂੰ ਅਸੀਂ 8 ਨੰਬਰਾਂ 'ਤੇ ਲੈ ਗਏ।
ਕਿਉਂਕਿ ਜਦੋਂ ਮੇਰੇ ਯਾਦ ਹੈ ਇੰਟੈਲੀਜੈਂਸ ਦਾ ਪੇਪਰ ਕਲੀਅਰ ਹੋਇਆ ਸੀ ਤਾਂ ਉਦੋਂ ਮੇਰੇ ਇੰਗਲਿਸ਼ 'ਚੋਂ ਸਾਡੇ ਸ਼ਾਇਦ 5 ਨੰਬਰ ਦੀ ਸੀ, ਮੇਰੇ 4 ਕੁਐਸਚਨ ਠੀਕ ਸੀ। ਹਾਂਜੀ, ਤਾਂ ਕਰਕੇ ਛੋਟੀਆਂ ਚੀਜ਼ਾਂ ਨਾ ਆਪਾਂ ਨੂੰ ਦੂਸਰਿਆਂ ਨਾਲੋਂ ਅੱਗੇ ਲੈ ਕੇ ਜਾਂਦੀਆਂ ਨੇ। ਕੰਪਿਊਟਰ ਆ, ਹੁਣ ਤੁਸੀਂ ਕੰਪਿਊਟਰ ਨੂੰ ਲੈ ਲਓ, ਕੰਪਿਊਟਰ ਵੀ ਹਰੇਕ ਪੇਪਰ 'ਚ ਆਉਣਾ ਹੀ ਹੈ ਪੰਜਾਬ ਦੇ। ਉਹ ਇਕੱਲੇ SI ਨਹੀਂ, ਹੋਰ ਵੀ ਜਿੰਨੇ ਵੀ ਐਗਜ਼ਾਮ ਹੈ ਉਹਨਾਂ 'ਚ ਆਉਣਾ ਹੀ ਆਉਣਾ ਹੈ। ਉਹਦੇ 'ਚ ਮੰਨ ਲਓ 10 ਕੁਐਸਚਨ ਨੇ ਤਾਂ ਤੁਹਾਨੂੰ ਪ੍ਰੀਵੀਅਸ ਈਅਰ ਪੇਪਰ ਕਰਨੇ ਚਾਹੀਦੇ ਨੇ, ਜਾਂ 2-4 ਕੋਈ ਬੁੱਕਸ ਜਾਂ ਕੋਈ ਔਨਲਾਈਨ ਤੋਂ, ਅੱਜ ਕੱਲ੍ਹ ਤਾਂ ਕਿਸੇ ਚੀਜ਼ ਦੀ ਉਹ ਹੈ ਨਹੀਂ ਗੀ, ਤਾਂ ਉੱਥੋਂ ਪੜ੍ਹ ਕੇ ਉਹਨਾਂ ਨੂੰ ਉਹ ਪ੍ਰੀਵੀਅਸ ਈਅਰ ਪੇਪਰ ਕੁਐਸਚਨ ਸੋਲਵ ਕਰਕੇ ਉਹ ਵੀ ਈਜ਼ੀਲੀ ਹੋ ਜਾਂਦੇ ਨੇ। 10 ਚੋਂ 8-9 ਨੰਬਰ ਬੰਦਾ ਲਿਜਾ ਸਕਦਾ, ਉਹ ਕੋਈ ਵੱਡੀ ਗੱਲ ਨਹੀਂ ਹੈਗੀ। ਫਿਰ ਇੱਕ ਰਹਿ ਗਈ ਆਪਣੇ ਐਪਟੀਟਿਊਡ ਅਤੇ ਰੀਜ਼ਨਿੰਗ। ਚਲੋ ਉਹ ਤਾਂ ਹੁਣ ਹਰੇਕ ਬੰਦੇ ਨੂੰ ਚਲੋ ਉਹ ਤਾਂ ਤਿਆਰੀ ਕਰਨੀ ਚਾਹੀਦੀ ਹੈ, ਉਹਦੇ ਤਾਂ ਉਹ ਵੀ ਨੰਬਰ ਹੈ। ਪੰਜਾਬ 'ਚ ਕੋਈ ਟਫ ਨਹੀਂ ਆਉਂਦੀ, ਪੰਜਾਬ ਦੇ ਪੇਪਰਾਂ 'ਚ ਇਹ ਨਹੀਂ ਹੈਗਾ ਵੀ SSC ਦੀ ਤਰ੍ਹਾਂ ਵੀ ਟਾਈਮ ਵੀ ਆਪਾਂ ਨੂੰ 1 ਮਿੰਟ ਦੇ ਵਿੱਚ 2 ਕੁਐਸਚਨ ਸੋਲਵ ਕਰਨੇ ਨੇ। ਬਹੁਤ ਟਾਈਮ ਹੁੰਦਾ, 2 ਘੰਟੇ ਦਾ ਪੇਪਰ ਹੈ, ਬੰਦਾ ਆਰਾਮ ਨਾਲ ਉਹ ਪੇਪਰ ਘੰਟੇ 'ਚ ਕਰ ਸਕਦਾ ਜਿਹਦੀ ਸਹੀ ਤਿਆਰੀ ਹੈ, ਕਿਉਂਕਿ ਉਹਨੇ ਸਿਰਫ ਟਿਕ ਮਾਰਕ ਹੀ ਕਰਨੀ ਹੈ। ਕਿਉਂਕਿ ਐਪਟੀਟਿਊਡ ਅਤੇ ਰੀਜ਼ਨਿੰਗ ਪੰਜਾਬ ਦੇ ਪੇਪਰਾਂ 'ਚ ਮੈਕਸੀਮਮ ਜੇ ਮੈਂ ਦੇਖਿਆ ਜਿੰਨੇ ਅਸੀਂ ਦਿੱਤੇ ਨੇ ਤਾਂ ਹੱਦ 30 ਨੰਬਰ ਤੋਂ ਵੱਧ ਕਦੇ ਵੀ ਨਹੀਂ ਆਈ। ਜੋ ਵੀ ਅਸੀਂ ਜਿੰਨੇ ਵੀ ਪੇਪਰ ਦਿੱਤੇ ਸੀ ਉਹਨਾਂ 'ਚ ਐਪਟੀਟਿਊਡ ਰੀਜ਼ਨਿੰਗ ਮੈਕਸੀਮਮ 30 ਨੰਬਰ ਦੀ ਹੁੰਦੀ ਸੀ। ਤਾਂ ਉਹ ਕਾਫੀ ਟਾਈਮ ਹੁੰਦਾ, ਜੇ ਬੰਦੇ ਦੀ ਪ੍ਰੈਕਟਿਸ ਹੈ ਤਾਂ ਉਹ 30 ਚੋਂ 30 ਲਿਜਾ ਸਕਦਾ। ਤਾਂ ਕਰਕੇ ਇਹੋ ਜਿਹੇ ਪੋਰਸ਼ਨ ਨੇ ਜਿੱਥੋਂ ਕਿ ਬੰਦੇ ਨੂੰ ਨੰਬਰ ਖਿੱਚਣੇ ਚਾਹੀਦੇ ਨੇ, ਕਿਉਂਕਿ GS ਇੱਕ ਜਿਹਾ ਪੋਰਸ਼ਨ ਆ, ਉਹ 'ਚ ਬੰਦਾ ਕੋਈ ਵੀ ਕੰਪਲੀਟ ਨਹੀਂ ਹੈਗਾ। ਉਸ 'ਚ ਮੈਂ ਵੀ ਨਹੀਂ ਕਹਿ ਸਕਦਾ, ਕੋਈ ਵੀ ਨਹੀਂ ਕਹਿ ਸਕਦਾ ਵੀ ਮੈਨੂੰ 50 ਦੇ 50 ਕੁਐਸਚਨ ਆਉਣਗੇ। ਉਸ 'ਚ ਇਹ ਹੋ ਸਕਦਾ ਵੀ 50 'ਚੋਂ ਆਪਾਂ ਨੂੰ 40 ਆਉਂਦੇ ਆ, 30 ਆਉਂਦੇ ਆ। ਤਾਂ ਕਰਕੇ ਉਹ 'ਤੇ ਵੀ ਫੋਕਸ ਜ਼ਿਆਦਾ ਦੇਣਾ ਚਾਹੀਦਾ। ਅਤੇ ਬਸ ਇਹੀ ਸਟ੍ਰੈਟਜੀ ਆ ਵੀ ਇਹ ਇੱਕ ਪੇਪਰ ਸਮਾਰਟ ਸਟੱਡੀ ਚਾਹੀਦੀ ਹੈ ਪੰਜਾਬ ਦੇ ਪੇਪਰਾਂ ਲਈ। ਦੂਸਰਾ ਨਹੀਂ ਹੈਗਾ ਵੀ SSC ਦੀ ਤਰ੍ਹਾਂ ਵੀ ਟਾਈਮ, ਹਾਂ ਵੀ ਆਪਾਂ ਨੂੰ ਟਾਈਮ ਉਹ ਆ ਵੀ ਟਾਈਮ ਦੀ ਜ਼ਿਆਦਾ ਇੰਪੋਰਟੈਂਸ ਹੈ, ਵੀ ਕੁਐਸਚਨ ਵੀ ਆਪਾਂ ਨੂੰ ਵੀ ਫਾਸਟ ਸਪੀਡ ਨਾਲ ਆਰਾਮ ਨਾਲ ਕੁਐਸਚਨ ਬਹਿ ਕੇ ਉੱਥੇ 2 ਘੰਟੇ ਦਾ ਟਾਈਮ ਹੁੰਦਾ, 100 ਕੁਐਸਚਨ ਹੁੰਦਾ, ਤਾਂ ਬੰਦਾ ਆਰਾਮ ਨਾਲ ਕਰ ਸਕਦਾ ਪੇਪਰ। ਜੋ ਵੀ ਹੈਗੇ ਨੇ ਇਹਦੇ ਪੰਜਾਬ ਗੌਰਮੈਂਟ ਦੇ ਰਿਲੇਟਡ ਪੇਪਰ ਨੇ, ਆਰਾਮ ਨਾਲ ਕਰ ਸਕਦਾ। ਅਤੇ ਕੋਈ ਜ਼ਿਆਦਾ ਉਹ ਨਹੀਂ, ਸਮਾਰਟ ਸਟੱਡੀ ਚਾਹੀਦੀ ਹੈ ਵੀ ਕੀ ਪੇਪਰ ਲਈ ਰੈਲੀਵੈਂਟ ਹੈ ਉਹੀ ਪੜ੍ਹੋ। ਹਾਂਜੀ, ਬਾਕੀ ਪ੍ਰੀਵੀਅਸ ਈਅਰ ਪੇਪਰ ਨੇ ਉਹ ਬਹੁਤ ਮਾਇਨੇ ਰੱਖਦੇ ਨੇ, ਕਿਉਂਕਿ ਕਈ ਕੁਐਸਚਨ ਤਾਂ ਡਿਟੋ ਸੇਮ ਹੀ ਇਹਨਾਂ ਨੇ ਵਿੱਚ ਪਾਏ ਹੁੰਦੇ ਨੇ ਪੁਰਾਣੇ ਪੇਪਰਾਂ ਦੇ। ਸਾਡੇ ਟਾਈਮ ਇਹ ਸੀਗਾ, ਪੁਰਾਣੇ ਪੇਪਰਾਂ ਵਾਲੇ ਕੁਐਸਚਨ ਬਿਲਕੁਲ ਡਿਟੋ, ਪੰਜਾਬੀ, ਕੰਪਿਊਟਰ, ਇੰਗਲਿਸ਼, ਮੈਥ ਵੀ ਪੁਰਾਣੇ ਪੇਪਰ ਹੀ ਮੰਨ ਲਓ ਕਾਪੀ ਪੇਸਟ ਕੀਤੇ ਹੁੰਦੇ ਸੀ। ਇਹ ਵੀ ਸੀਗਾ ਸਿਸਟਮ। ਤਾਂ ਕਰਕੇ ਕਿਉਂਕਿ ਇਹਨਾਂ ਚੀਜ਼ਾਂ 'ਚ ਤਾਂ ਇਹ ਚਲੋ GS 'ਚ ਤਾਂ ਕਰੰਟ ਅਫੇਅਰ ਵਗੈਰਾ ਨਵਾਂ ਆਉਂਦਾ ਰਹਿੰਦਾ, ਇਸ 'ਚ ਤਾਂ ਉਹੀ ਚੀਜ਼ਾਂ ਨੇ ਸਟੈਟਿਕ, ਉਹੀ ਆਪਾਂ ਜਿੰਨੀ ਵਾਰੀ ਰਿਵੀਜ਼ਨ ਕਰੀ ਜਾਵਾਂਗੇ ਉਨੀ ਆਪਣੇ ਲਈ ਬੈਟਰ ਹੈ। ਹਾਂਜੀ, ਬਾਕੀ ਆ ਜਸ਼ਨ ਸਰ ਦੱਸਣਗੇ। ਬਿਲਕੁਲ, ਜਿਵੇਂ ਸੁਮਿਤ ਸਰ ਨੇ ਦੱਸਿਆ, ਸਭ ਤੋਂ ਪਹਿਲਾਂ ਜਿਵੇਂ ਪੰਜਾਬ ਦੇ ਐਗਜ਼ਾਮ ਦੀ ਤੁਸੀਂ ਸਪੈਸ਼ਲ ਗੱਲ ਕੀਤੀ ਵੀ ਪੰਜਾਬ ਦੇ ਐਗਜ਼ਾਮ ਦੇ ਜਿਹੜੇ ਬੱਚੇ ਤਿਆਰੀ ਕਰ ਰਹੇ ਆ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਉਹਦੇ ਸਿਲੇਬਸ ਦੇ ਵਿਊ ਪੁਆਇੰਟ ਨਾਲ ਹੀ ਚੱਲਣਾ ਚਾਹੀਦਾ ਆ ਵੀ ਸਿਲੇਬਸ ਕੀ ਆ। ਅਤੇ ਕਈ ਸਟੂਡੈਂਟ ਇੱਦਾਂ ਕਰਦੇ, ਜਿਵੇਂ ਸਰ ਨੇ ਦੱਸਿਆ ਵੀ ਜ਼ਿਆਦਾਤਰ ਮੈਥ, ਰੀਜ਼ਨਿੰਗ, ਪੰਜਾਬੀ, ਇੰਗਲਿਸ਼, ਕੰਪਿਊਟਰ ਅਤੇ GS 6 ਚੀਜ਼ਾਂ ਆਉਣੀਆਂ ਪੇਪਰ 'ਚ। ਅਤੇ ਕਈ ਸਟੂਡੈਂਟ ਕੀ ਕਰਦੇ, ਜਿਵੇਂ ਕਿਸੇ ਦੀ ਸਾਡੇ ਨੂੰ ਇੰਗਲਿਸ਼ ਵੀਕ ਹੈ, ਤਾਂ ਨਵੇਂ ਸਟੂਡੈਂਟ ਜ਼ਿਆਦਾਤਰ ਜਿਹੜੇ ਪੁਰਾਣੇ ਉਹਨਾਂ ਨੂੰ ਤਾਂ ਪਤਾ ਲੱਗ ਗਈਆਂ ਚੀਜ਼ਾਂ, ਜਿਹੜੇ ਨਵੇਂ ਸਟੂਡੈਂਟ ਉਹ ਹੀ ਕਰਦੇ ਵੀ ਇੰਗਲਿਸ਼ ਵੀਕ ਆ ਯਾਰ, ਇੰਗਲਿਸ਼ ਤਾਂ ਛੱਡ ਦਿਓ, ਚਲੋ 10 ਨੰਬਰ ਦੀ ਆਈ ਹੈ ਮੰਨ ਲਓ ਕਿਸੇ ਪੇਪਰ 'ਚ, 10 ਨੰਬਰ ਦੀ ਆ ਵੀ ਛੱਡ ਦਿਓ, ਬਾਕੀ ਸਾਰਾ ਕੁਝ ਕੱਢ ਕੇ ਕਰ ਲੈਂਦੇ ਆ। ਪਰ ਇੱਦਾਂ ਨਹੀਂ ਹੁੰਦਾ। ਤੁਸੀਂ ਜੇ ਕੋਈ ਇੱਕ ਚੀਜ਼, ਇੱਕ ਸਬਜੈਕਟ ਵੀ ਛੱਡ ਕੇ ਜਾ ਰਹੇ ਹੋ ਤਾਂ 10 ਨੰਬਰ ਤਾਂ ਤੁਹਾਡੇ ਸਿੱਧਾ ਹੀ ਵਾਸ਼ ਆਊਟ ਹੋ ਗਏ। ਅਤੇ ਕੋਈ ਵੀ ਮੈਨੂੰ ਲੱਗਦਾ ਇੰਨਾ ਸਮਰਿੱਧ ਨਹੀਂ ਹੋਊਗਾ ਜਿੰਨਾ ਮਰਜ਼ੀ ਪੜ੍ਹ ਲਏ ਵੀ ਬਾਕੀ 90 ਚੋਂ 90 ਲੈ ਲਏ। ਕਾਫੀ ਗਲਤੀਆਂ ਹੋ ਜਾਂਦੀਆਂ, 90 ਵਿੱਚੋਂ 70-65 ਲੈਣ 'ਤੇ ਵੀ ਬਹੁਤ ਜ਼ੋਰ ਲੱਗ ਜਾਂਦੇ ਆ। ਤਾਂ ਤੁਸੀਂ ਕੋਈ ਵੀ ਚੀਜ਼ ਐਵੇਂ ਛੱਡ ਕੇ ਨਹੀਂ ਜਾਣੀ ਵੀ ਇੱਕ ਟੌਪਿਕ ਹੈ ਕੋਈ ਜਿਹੜਾ ਤੁਸੀਂ ਚੀਜ਼ 'ਚ ਵੀਕ ਹੋ ਉਹ ਛੱਡ ਜਾਓ। ਜਿਹੜੇ ਚੀਜ਼ 'ਚ ਵੀਕ ਹੋ ਉਹਨੂੰ ਉਹ 'ਤੇ ਜ਼ਿਆਦਾ ਜ਼ੋਰ ਲਾਓ ਕਿ ਉਹਦੇ 'ਚੋਂ ਤੁਸੀਂ, ਜਿਵੇਂ ਸਰ ਨੇ ਦੱਸਿਆ ਵੀ 2 ਤੋਂ 8 'ਤੇ ਲੈ ਗਏ ਇੰਗਲਿਸ਼ ਆਪਦੀ, ਤਾਂ ਇੱਦਾਂ ਉਹਦੀ ਜ਼ੋਰ ਲਾਓ। ਅਤੇ ਦੂਜੀ ਚੀਜ਼ ਕੀ ਆ ਵੀ ਜਿਵੇਂ ਸਿਲੇਬਸ ਆ ਉਹਦੇ ਵਿੱਚ ਮੈਥ, ਰੀਜ਼ਨਿੰਗ, ਜਿਵੇਂ ਸਰ ਨੇ ਦੱਸਿਆ ਮੈਥ, ਰੀਜ਼ਨਿੰਗ ਅਤੇ ਪੰਜਾਬੀ, ਮੈਨੂੰ ਲੱਗਦਾ ਇਹਦਾ ਫਰੀ ਦੇ ਨੰਬਰ ਆ, ਕਿਉਂਕਿ ਇਹਦੇ ਵਿੱਚ ਜੇ ਬੰਦਾ ਥੋੜ੍ਹਾ ਜਿਹਾ ਜ਼ੋਰ ਲਾ ਲਵੇ ਤਾਂ ਇੱਦਾਂ ਦੀ ਚੀਜ਼ ਆ ਵੀ ਕਹਿ ਸਕਦਾ ਵੀ ਮੈਥ 'ਚ ਜੇ ਮੰਨ ਲਓ 50 ਨੰਬਰ ਦੀ ਮੈਥ, ਰੀਜ਼ਨਿੰਗ ਆ ਰਹੀ ਹੈ ਤਾਂ 50 ਵਿੱਚੋਂ ਘੱਟੋ ਘੱਟ ਬੰਦਾ 46-47 ਨੰਬਰ ਲੈ ਸਕਦਾ ਈਜ਼ੀਲੀ, ਜੇ ਵਧੀਆ ਤਿਆਰੀ ਕੀਤੀ ਹੈ ਉਹਨੇ। ਇਸ 'ਚੋਂ ਨੰਬਰ ਕੱਟਣ ਦੇ ਸਕੋਪ ਹੈ ਜਿਹੜਾ ਉਹ ਬਹੁਤ ਘੱਟ ਹੈ। ਤਾਂ ਮੈਥ, ਰੀਜ਼ਨਿੰਗ 'ਤੇ ਬਹੁਤ ਜ਼ਿਆਦਾ ਜ਼ੋਰ ਲਾਓ, ਇਸ 'ਚੋਂ ਪੂਰਾ ਸਟਰੋਂਗ ਕਰੋ ਵੀ ਕੋਈ ਨੰਬਰ ਨਾ ਕੱਟੇ, ਨਾਲ ਹੀ ਪੰਜਾਬੀ। ਅਤੇ ਉਸ ਤੋਂ ਬਾਅਦ GS ਪੋਰਸ਼ਨ ਆ ਉਹ 'ਤੇ ਵੀ ਜ਼ੋਰ ਤਾਂ ਲਾਉਣਾ ਹੀ ਪੈਣਾ, ਇਹੋ ਜਿਹੀ ਗੱਲ ਨਹੀਂ ਵੀ ਉਹ 'ਚੋਂ ਸਕੋਰਿੰਗ ਘੱਟ ਹੈ ਜ਼ੋਰ ਨਾ ਲਾਓ, ਕਿਉਂਕਿ ਕਟਿੰਗ ਐਜ ਮੈਨੂੰ ਲੱਗਦਾ GS ਬਣਦੀ ਹੈ ਐਟ ਦਾ ਐਂਡ, ਕਿਉਂਕਿ ਜਿੰਨੇ ਵੀ ਟੌਪਰ ਨੇ ਜਾਂ ਫਿਰ ਜਿਨ੍ਹਾਂ ਦੇ ਐਗਜ਼ਾਮ ਕਲੀਅਰ ਹੁੰਦੇ ਆ, ਮੈਥ, ਰੀਜ਼ਨਿੰਗ, ਪੰਜਾਬੀ ਅਤੇ ਕੰਪਿਊਟਰ ਅਤੇ ਇੰਗਲਿਸ਼ ਮੈਨੂੰ ਲੱਗਦਾ ਲਗਭਗ ਸੇਮ ਜੀ ਹੁੰਦੀ ਹੈ ਮੇਰੇ ਖਿਆਲ ਵਿੱਚ, ਕਿਉਂਕਿ ਉਹ ਵਧੀਆ ਤਿਆਰੀ ਕਰਦੇ ਆ। GS ਵਿੱਚ ਹੀ ਫਰਕ ਪੈਂਦਾ ਆ ਵੀ GS ਨੇ ਜ਼ਿਆਦਾ ਪੜ੍ਹੀ ਹੁੰਦੀ ਹੈ
ਤੇ ਕੋਰ ਪੜ੍ਹੀ ਹੁੰਦੀ ਆ, ਉਹ ਕਈ ਵਾਰੀ ਕੁਐਸਚਨ ਇੱਦਾਂ ਦੇ ਘੁੰਮ ਕੇ ਆਉਂਦੇ ਆ, ਕਈ ਬੰਦਿਆਂ ਨੂੰ ਆਉਂਦੇ ਹੁੰਦੇ ਆ, ਕਿਸੇ ਨੂੰ ਨਹੀਂ ਆਉਂਦੇ ਹੁੰਦੇ, ਅਤੇ ਉੱਥੇ ਫਿਰ ਫਰਕ ਪੈ ਜਾਂਦਾ ਆ। ਤਾਂ ਜ਼ੋਰ ਤਾਂ ਸਾਰੀ ਚੀਜ਼ਾਂ 'ਤੇ ਹੀ ਲਾਉਣਾ ਪੈਣਾ। ਬਾਕੀ ਇਹ ਦੱਸਿਆ ਤੁਹਾਨੂੰ ਵੀ ਕਿਹੜੀ ਚੀਜ਼ਾਂ ਜਦੋਂ ਸਕੋਰਿੰਗ ਜ਼ਿਆਦਾ ਆ, ਜਿਵੇਂ ਮੈਥ, ਰੀਜ਼ਨਿੰਗ ਅਤੇ ਪੰਜਾਬੀ, ਇਹ ਸਕੋਰਿੰਗ ਜ਼ਿਆਦਾ ਆ ਅਤੇ ਇਹਨਾਂ 'ਤੇ ਜ਼ਿਆਦਾ ਜ਼ੋਰ ਲਾਉਣ, ਬਾਕੀ ਚੀਜ਼ਾਂ ਨੂੰ ਪੈਰਲਲ ਰੱਖਣ। ਅਤੇ ਇਸ ਤੋਂ ਇਲਾਵਾ ਟੈਸਟ ਸੀਰੀਜ਼ ਬਹੁਤ ਜ਼ਰੂਰੀ ਆ। ਜਦੋਂ ਤੱਕ ਤੁਸੀਂ ਟੈਸਟ ਨਹੀਂ ਦਿੰਦੇ ਜਾਂ ਮੌਕ ਜਿਹੜੇ ਪੁਰਾਣੇ ਓਲਡ ਪੇਪਰਸ ਆ ਉਹ ਨਹੀਂ ਦੇਖਦੇ, ਤਾਂ ਉਦੋਂ ਤੱਕ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਤੁਹਾਡੀ ਜਿਹੜੀ ਤਿਆਰੀ ਹੋ ਗਈ ਉਹ ਤੁਸੀਂ ਪੇਪਰ ਦੇ ਵਿੱਚ ਜਾਣ ਲਾਇਕ ਹੋ ਵੀ ਗਏ ਕਿ ਨਹੀਂ। ਕਿਉਂਕਿ ਪਿਛਲੇ 4-5 ਸਾਲ ਤੋਂ ਵੀ ਕਈ ਜਿਹੜੇ ਜਿਹੜੇ ਤਿਆਰੀ ਕਰੀ ਜਾਂਦੇ ਉਹ ਮੇਰੇ ਨਾਲ ਇੰਸਟਾਗ੍ਰਾਮ 'ਤੇ ਜਾਂ ਟੈਲੀਗ੍ਰਾਮ 'ਤੇ ਮੈਨੂੰ ਪੁੱਛਦੇ ਆ ਵੀ ਸਰ ਸਾਨੂੰ ਤਾਂ ਇੰਨੇ ਸਾਲ ਹੋ ਗਏ ਲੱਗਿਆ ਨੂੰ, ਸਾਡਾ ਪੇਪਰ ਨਹੀਂ ਕਲੀਅਰ ਹੋ ਰਿਹਾ। ਤਾਂ ਆਪਦੀ ਗਲਤੀਆਂ ਨੂੰ ਸੁਧਾਰਦੇ ਨਹੀਂ ਦੇਖ ਕੇ, ਉਹ ਗਲਤੀਆਂ ਉਦੋਂ ਹੀ ਸੁਧਰਦੀਆਂ। ਤੁਸੀਂ ਪੇਪਰ ਕੋਈ ਵੀ ਦੇਖ ਕੇ ਆਏ ਹੋ, ਦੇਖੋ ਵੀ ਉਸ 'ਚ ਆਹ ਚੀਜ਼ ਸਾਡੀ ਗਲਤ ਕਿਹੜੀ ਆ, ਤਾਂ ਉਸ 'ਤੇ ਫਿਰ ਜ਼ਿਆਦਾ ਜ਼ੋਰ ਲਾਓ। ਅਤੇ ਉਹ ਚੀਜ਼ ਪੇਪਰ ਦੇ ਦੇਣ 'ਚ ਜਦੋਂ ਤੁਹਾਨੂੰ ਪਤਾ ਲੱਗਦੀ ਹੈ ਗਲਤੀ, ਉਸ ਤੋਂ ਪਹਿਲਾਂ ਜੇ ਤੁਸੀਂ ਰੈਕਟੀਫਾਈ ਕਰ ਲਓ, ਉਹ ਰੈਕਟੀਫਾਈ ਟੈਸਟ ਦੇ ਕੀ ਹੋਊਗੀ ਵੀ ਆਹ ਗਲਤੀਆਂ ਹੋ ਰਹੀਆਂ, ਜਿਹੜੇ ਸਬਜੈਕਟ 'ਚ ਗਲਤੀਆਂ ਜ਼ਿਆਦਾ ਹੋ ਰਹੀਆਂ ਉਹਦੇ ਜ਼ਿਆਦਾ ਜ਼ੋਰ ਲਾਓ। ਇਸ ਤਰੀਕੇ ਨਾਲ ਬੱਚਿਆਂ ਨੂੰ ਤਿਆਰੀ ਕਰਨੀ ਚਾਹੀਦੀ ਹੈ। ਟੈਸਟ ਆ ਜਿਹੜੇ ਉਹ ਮਸਟ ਆ। ਬਾਕੀ ਜੇ ਕਿਸੇ ਬਿਗਨਰਸ ਨੂੰ ਪਤਾ ਨਹੀਂ ਲੱਗ ਰਿਹਾ ਵੀ ਬੁੱਕ ਲਿਸਟ ਦੇਖਣੀ ਹੈ ਵੀ ਕਿਹੜੀ ਕਿਤਾਬਾਂ ਤੋਂ ਪੜ੍ਹੀਏ, ਤਾਂ ਮੈਂ JS ਭੁੱਲਰ ਵਲੋਗਸ ਨਾਮ ਤੋਂ ਮੇਰਾ YouTube ਚੈਨਲ ਆ, ਉਸ 'ਤੇ ਤੁਸੀਂ ਦੇਖ ਸਕਦੇ ਹੋ। ਅਤੇ ਸਭ ਤੋਂ ਪਹਿਲੀ ਵੀਡੀਓ ਜਦੋਂ ਮੈਂ ਚੈਨਲ ਸ਼ੁਰੂ ਕੀਤਾ ਸੀਗਾ, ਪਹਿਲੀ ਦੂਜੀ ਵੀਡੀਓ ਉਹੀ ਪਾਈ ਸੀਗੀ, ਤਾਂ ਤੁਸੀਂ ਉਹ ਬੁੱਕਸ ਸਾਰੀ ਦੇਖ ਸਕਦੇ ਹੋ। ਬੁੱਕਸ ਤੋਂ ਪੜ੍ਹਨ ਦਾ ਫਾਇਦਾ ਵੀ ਹੈ, ਅਤੇ ਜਦੋਂ ਪੇਪਰ ਤੁਹਾਡਾ ਨੇੜੇ ਆ, ਜਦੋਂ ਥੋੜ੍ਹਾ ਨੁਕਸਾਨ ਵੀ ਹੋ ਸਕਦਾ। ਮੰਨ ਲਓ ਬਿਗਨਰ ਆ, ਕੋਈ ਸਬ ਇੰਸਪੈਕਟਰ ਦਾ ਐਗਜ਼ਾਮ ਜਿਵੇਂ ਆ ਗਿਆ ਆ, ਸਪੋਜ਼ ਕਰੋ 3 ਮਹੀਨੇ ਦੇ ਵਿੱਚ ਹੋ ਜਾਂਦਾ, ਤਾਂ ਬੁੱਕਸ ਜਿਹੜੀਆਂ ਆ ਤੁਸੀਂ ਫੋਲੋ ਕਰੋ, ਪਰ 3 ਮਹੀਨੇ ਵਿੱਚ ਸਾਰੀਆਂ ਬੁੱਕਸ ਕਵਰ ਨਹੀਂ ਹੋ ਪਾਉਂਦੀਆਂ। ਤਾਂ ਕਰਕੇ ਜੇ ਕਿਸੇ ਨੇ ਘੱਟ ਟਾਈਮ ਵਿੱਚ ਤਿਆਰੀ ਕਰਨੀ ਆ, ਤਾਂ ਮੈਂ ਤਾਂ ਇਹ ਸੁਜੈਸਟ ਕਰੂੰਗਾ ਫਿਰ ਬੁੱਕਸ ਨਾ ਫੋਲੋ ਕਰੇ, ਫਿਰ ਕੋਈ ਇੰਸਟੀਟਿਊਟ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਆ ਉਹ ਜੁਆਇਨ ਕਰ ਸਕਦੇ ਹੋ ਤੁਸੀਂ। ਪਰ ਉਹਦੀ ਚੂਜ਼ਿੰਗ ਜਿਹੜੀ ਤੁਸੀਂ ਇੰਸਟੀਟਿਊਟ ਚੂਜ਼ ਕਰਨਾ ਉਹ ਵੀ ਥੋੜ੍ਹਾ ਧਿਆਨ ਨਾਲ ਕਰਿਓ ਵੀ ਠੀਕ ਹੈ ਕਿ ਨਹੀਂ। ਅਤੇ ਇਹੀ ਸਭ ਚੀਜ਼ਾਂ ਨੇ ਜਿਹੜੀਆਂ ਧਿਆਨ ਰੱਖਣੀਆਂ ਚਾਹੀਦੀਆਂ ਸਟੂਡੈਂਟ ਨੂੰ। ਬਾਕੀ ਮੇਰੀ ਲਾਸਟ 'ਤੇ ਇੱਕ ਇਹ ਅਪੀਲ ਆ ਵੀ ਮੰਨ ਲਓ ਜਿਹੜੇ ਸਟੂਡੈਂਟਸ ਹੁਣ ਮੰਨ ਲਓ ਉਹਨਾਂ ਨੇ ਸ਼ੁਰੂ ਕਰਨੀ ਹੈ ਹਜੇ ਕੋਚਿੰਗ, ਜਿਨ੍ਹਾਂ ਨੇ ਨਹੀਂ ਕੋਚਿੰਗ ਹਜੇ ਸ਼ੁਰੂ ਕੀਤੀ, ਤਾਂ ਜੇਕਰ ਉਹ ਮੰਨ ਲਓ ਕਿਸੇ ਵੀ ਤਰ੍ਹਾਂ ਦੀ ਗਾਈਡੈਂਸ ਜਾਂ ਕੋਈ ਪਰਸਨਲ ਕੋਚਿੰਗ ਲੈਣਾ ਚਾਹੁੰਦੇ ਨੇ, ਤਾਂ ਇਹ ਆਪਣਾ ਸੰਘਰਸ਼ ਚੈਨਲ ਹੈਗਾ ਇੱਕ YouTube 'ਤੇ, ਤਾਂ ਉੱਥੋਂ ਲੈ ਸਕਦੇ ਨੇ। ਕਾਫੀ ਸੰਘਰਸ਼ ਅਕੈਡਮੀ, ਤਾਂ ਉਹਨਾਂ ਦਾ ਪਿੱਛੇ ਆਪਣੇ ਮੈਡਮ ਜੀ ਦਾ ਹੀ ਆ, ਬਾਕੀ ਸਾਡਾ ਆਪਣਾ ਹੀ ਆ ਉਹ। ਅਸੀਂ ਕਾਫੀ ਬੰਦੇ ਜਿਹੜੇ ਹੁਣ ਚਲੋ ਅਸੀਂ ਕਾਫੀ ਦੋਸਤ ਸੀਗੇ ਜਿਹੜੇ ਹੁਣ ਸਾਰੇ ਗੌਰਮੈਂਟ ਇੰਪਲੋਈ ਨੇ ਸਾਡੇ, ਸਾਰੇ ਜੁੜੇ ਹੋਏ ਨੇ ਇਸ ਦੇ ਨਾਲ। ਅਤੇ ਜੇਕਰ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਗਾਈਡੈਂਸ ਜਾਂ ਕੁਛ ਵੀ ਨਹੀਂ ਪਤਾ ਲੱਗਦਾ, ਤਾਂ ਉਹ ਕੰਟੈਕਟ ਕਰ ਸਕਦਾ ਮੈਡਮ ਨਾਲ। ਇਹਨਾਂ ਦੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਅਤੇ ਬਾਕੀ ਇਹਨਾਂ ਦਾ ਪਿੱਛੇ ਜਿਹੜਾ ਹੁਣ ਰਿਕਰੂਟਮੈਂਟ ਨਿਕਲੀ ਸੀ ਪਹਿਲਾਂ ਕਾਂਗਰਸ ਗੌਰਮੈਂਟ ਵੇਲੇ, ਉਦੋਂ ਕਾਫੀ ਅੱਛੇ ਰਿਜ਼ਲਟ ਇਹਨਾਂ ਨੇ ਦਿੱਤੇ ਨੇ। ਕਾਫੀ 80 to 100 ਇਹਨਾਂ ਦੇ ਜਿਹੜੇ ਸਟੂਡੈਂਟ ਸੀ, ਸ਼ਾਇਦ ਉਹ ਹੁਣ ਆਪਣੀਆਂ ਸੇਵਾਵਾਂ ਦੇ ਰਹੇ ਨੇ ਆਪਣੇ ਪੰਜਾਬ ਸਰਕਾਰ 'ਚ। ਤਾਂ ਕਰਕੇ ਮੇਰੀ ਇਹ ਅਪੀਲ ਆ ਵੀ ਜੇਕਰ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਾਈਡੈਂਸ ਦੀ ਲੋੜ ਹੈ, ਤਾਂ ਉਹ ਇਸ ਅਕੈਡਮੀ ਨੂੰ ਜ਼ਰੂਰ ਜੁਆਇਨ ਕਰਨ, ਕਿਉਂਕਿ ਇਹਦੇ ਨਾਲ ਅਸੀਂ ਸਾਰੇ ਜੁੜੇ ਹੋਏ ਹਾਂ ਅਤੇ ਸਾਡਾ ਐਕਸਪੀਰੀਅੰਸ ਵੀ ਹੈ ਨਾਲ। ਤਾਂ ਕਰਕੇ ਚਲੋ ਜਿਸ ਨੂੰ ਵੀ ਅੱਛਾ ਲੱਗਦਾ ਉਹ ਜ਼ਰੂਰ ਜੁਆਇਨ ਕਰੇ। ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਪ੍ਰੂਵ ਹੋਊਗੀ। ਦੋਵੇਂ ਸਰ ਦੀ ਸਟ੍ਰੈਟੇਜੀਜ਼ ਅਲੱਗ ਰਹੀਆਂ ਨੇ। ਇੱਕ ਸਰ 6 ਘੰਟੇ ਪੜ੍ਹਦੇ ਸੀਗੇ ਅਤੇ ਇੱਕ ਸਰ 12 ਘੰਟੇ ਪੜ੍ਹਦੇ ਸੀਗੇ। ਜ਼ਰੂਰੀ ਨਹੀਂ ਤੁਸੀਂ 6 ਘੰਟੇ ਪੜ੍ਹੋ ਜਾਂ 12 ਘੰਟੇ ਪੜ੍ਹੋ, ਤੁਸੀਂ ਆਪਦੀ ਸਟ੍ਰੈਟੇਜੀ ਖੁਦ ਬਣਾਉਣੀ ਹੈ। ਸਭ ਤੋਂ ਪਹਿਲਾਂ ਤੁਸੀਂ ਜੋ ਕੰਮ ਕਰਨਾ ਹੈਗਾ ਉਹ ਪ੍ਰੀਵੀਅਸ ਈਅਰ ਐਗਜ਼ਾਮਸ ਨੂੰ ਸੋਲਵ ਕਰਨਾ। ਜੋ ਬਿਗਨਰਸ ਨੇ, ਦੇਖੋ ਕਿ ਤੁਹਾਡੀ ਤਿਆਰੀ ਕਿੱਦਾਂ ਦੀ ਹੈ, ਕਿੰਨਾ ਤੁਸੀਂ ਸਕੋਰ ਕਰ ਪਾ ਰਹੇ ਹੋ ਅਤੇ ਕਿੰਨਾ ਟਾਈਮ ਤੁਹਾਨੂੰ ਲੱਗ ਰਿਹਾ ਹੈਗਾ ਐਗਜ਼ਾਮ ਕਵਰ ਕਰਨ ਦੇ ਵਿੱਚ। ਉਹਦੇ ਅਕੋਰਡਿੰਗ ਤੁਸੀਂ ਆਪਣੀ ਸਟ੍ਰੈਟੇਜੀ ਬਣਾਉਣੀ। ਤੁਸੀਂ 8 ਘੰਟੇ ਪੜ੍ਹੋ ਜਾਂ 10 ਘੰਟੇ ਪੜ੍ਹੋ, ਉਹ ਟੋਟਲੀ ਤੁਹਾਡੇ 'ਤੇ ਹੈਗਾ। ਬਸ ਇੱਕ ਚੀਜ਼ ਜ਼ਰੂਰ ਹੈਗੀ ਹੈ ਕਿ ਕੰਸਿਸਟੈਂਸੀ ਮੇਨਟੇਨ ਕਰਕੇ ਰੱਖਣੀ ਹੈ। ਜੇ ਤੁਸੀਂ ਅੱਜ 14 ਘੰਟੇ ਪੜ੍ਹ ਲਓਗੇ ਐਂਡ ਕੱਲ੍ਹ ਪੂਰਾ ਦਿਨ ਤੁਸੀਂ ਵੇਸਟ ਕਰਤਾ, ਦੈਨ ਉਹਦਾ ਕੋਈ ਫਾਇਦਾ ਨਹੀਂ ਹੋਣਾ। ਸੋ ਇੱਕ ਡਿਸਿਪਲਿਨ ਦੇ ਵਿੱਚ ਰਹਿ ਕੇ ਪੜ੍ਹਨਾ ਅਤੇ ਕੰਸਿਸਟੈਂਸੀ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈਗਾ। ਜੇ ਤੁਸੀਂ ਇਸ ਤਰੀਕੇ ਨਾਲ ਪੜ੍ਹੋਗੇ ਤਾਂ ਤੁਹਾਡਾ ਕੋਈ ਨਾ ਕੋਈ ਐਗਜ਼ਾਮ ਜ਼ਰੂਰ ਕਲੀਅਰ ਹੋ ਜਾਊਗਾ। ਬਾਕੀ ਜੇ ਤੁਸੀਂ ਸੰਘਰਸ਼ ਅਕੈਡਮੀ ਦਾ ਕੋਰਸ ਲੈਣਾ ਚਾਹੁੰਦੇ ਹੋ ਸਬ ਇੰਸਪੈਕਟਰ, ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਦਾ, ਦੈਨ ਤੁਸੀਂ 7495037125 ਇਸ ਨੰਬਰ 'ਤੇ ਕਾਲ ਕਰ ਸਕਦੇ ਹੋ। ਇਸ ਕੋਰਸ ਦੇ ਵਿੱਚ ਅਸੀਂ ਕੰਪਲੀਟ GS, ਮੈਥਸ, ਰੀਜ਼ਨਿੰਗ, ਇੰਗਲਿਸ਼, ਪੰਜਾਬੀ, ਕੰਪਿਊਟਰ, ਪੰਜਾਬ GK ਅਤੇ ਕਰੰਟ ਅਫੇਅਰਸ ਕਵਰ ਕਰਾਏ ਨੇ। ਨਾਲੇ ਤੁਹਾਨੂੰ ਸਬਜੈਕਟ ਵਾਈਜ਼ MCQs ਮਿਲ ਜਾਣਗੇ ਅਤੇ ਨਾਲੇ ਤੁਹਾਡੇ ਹਰ ਵੀਕ ਜੋ ਹੈ ਉਹ ਟੈਸਟ ਹੁੰਦਾ ਗਾ ਅਤੇ ਹਰ ਮੰਥਲੀ ਵਾਈਜ਼ ਜੋ ਹੈ ਅਸੀਂ ਟੈਸਟ ਲੈਂਦੇ ਨੇ। ਬਾਕੀ ਇਨਫੋਰਮੇਸ਼ਨ ਲੈਣ ਲਈ ਤੁਸੀਂ ਇਸ ਨੰਬਰ 'ਤੇ ਜਾ ਕੇ ਕਾਲ ਕਰ ਸਕਦੇ ਹੋ। ਥੈਂਕ ਯੂ ਸੋ ਮਚ ਫॉर ਵਾਚਿੰਗ। ਧੰਨਵਾਦ।